ਕਬੀਰ ਇਹ ਤਨ ਜਾਏਗਾ, ਸਕੋਹ ਤਾਂ ਲੇਹੂ ਬਹੋਰ। ਨਾਂਗੇ ਪਾਵੋਂ ਤੇ ਗਏ, ਜਿਨ ਕੇ ਲੱਖ ਕਰੋੜ। ਦਾਤਾਰ ਕਹਿੰਦੇ ਨੇ, ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਆਪਣੇ ਵੱਲੋਂ ਬਚਾਉਣ ਦੀ, ਧਿਆਨ ਰੱਖਣ ਦੀ, ਇੱਕ ਨਾ ਇੱਕ ਦਿਨ ਇਹ ਜਿਹੜਾ ਸਰੀਰ ਹੈ ਉਹ ਇੱਥੋਂ ਚਲਾ ਹੀ ਜਾਵੇਗਾ, ਇਸ ਦੁਨੀਆ ਤੋਂ ਪਰੇ ਹੋ ਹੀ ਜਾਵੇਗਾ, ਜਿੰਨੀ ਮਰਜ਼ੀ ਅਸੀਂ ਕੋਸ਼ਿਸ਼ ਕਰਕੇ ਵੇਖ ਲਈਏ। ਤੇ ਜਿੱਦਣ ਸਰੀਰ ਖਤਮ ਹੋਵੇਗਾ ਤੇ ਇਹ ਅਸੀਂ ਰੋਜ਼ ਇਸ ਗੱਲ ਨੂੰ ਵੇਖਦੇ ਪਏ ਹਾਂ, ਰੋਜ਼ ਇਸ ਗੱਲ ਨੂੰ ਵੇਖਦੇ ਪਏ ਹਾਂ ਕਿ ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਨੇ, ਪਦਾਰਥ ਦੇ ਰੂਪ ਦੇ ਵਿੱਚ, ਮਾਇਆ ਦੇ ਰੂਪ ਦੇ ਵਿੱਚ, ਅਰਬਪਤੀ ਹੈ, ਲੱਖਪਤੀ ਹੈ, ਕੋਈ ਵੀ ਹੈ, ਦਾਤਾਰ ਕਹਿੰਦੇ ਨੇ ਕਿ ਨੰਗੇ ਪੈਰਾਂ ਦੇ ਨਾਲ ਇਸ ਦੁਨੀਆ ਦੇ ਵਿੱਚ ਚਲੇ ਗਏ, ਇਸ ਦੁਨੀਆ ਦੇ ਵਿੱਚੋਂ ਚਲੇ ਗਏ। ਹੁਣ ਗੱਲ ਸਿਰਫ ਇਹ ਨਹੀਂ ਹੈ ਵੀ ਸਿਰਫ ਕਰੋੜਾਂ ਵਾਲਿਆਂ ਦੀ ਗੱਲ ਹੈ, ਇੱਥੇ ਤੇ ਮੇਨ ਗੱਲ ਹੈ ਵੀ ਜੇ ਕਰੋੜਾਂ ਵਾਲਿਆਂ ਦਾ ਇਹ ਹਾਲ ਹੈ ਤੇ ਜਿਨ੍ਹਾਂ ਦੇ ਕੋਲ ਕਰੋੜ ਨਹੀਂ ਨੇ ਉਹਨਾਂ ਦਾ ਤੇ ਹਾਲ ਬਿਲਕੁਲ ਵੀ ਇਹੋ ਹੀ ਹੋਵੇਗਾ, ਉਹਨਾਂ ਦਾ ਵੀ ਇਹੋ ਹੀ ਹਾਲ ਹੋਵੇਗਾ। ਗੱਲ ਜਿਹੜੀ ਇੱਥੇ ਚੱਲਦੀ ਪਈ ਹੈ ਅਸਲ ਦੇ ਵਿੱਚ, ਜਦੋਂ ਸਾਨੂੰ ਸਰੀਰ ਮਿਲਦਾ ਹੈ, ਇਹ ਅੱਜ ਜ਼ਿੰਦਗੀ ਮਿਲਦੀ ਹੈ, ਤੇ ਸਾਡੀ ਜ਼ਿੰਦਗੀ ਕਿਹੜੀ ਚੀਜ਼ ਦੀ ਦੌੜ ਦੇ ਦੁਆਲੇ ਘੁੰਮਦੀ ਹੈ? ਸਾਨੂੰ ਸਾਰਿਆਂ ਨੂੰ ਮਾਲਕ ਨੇ ਸਰੀਰ ਦਿੱਤਾ ਹੈ, ਸਾਡੇ ਸਾਰਿਆਂ ਦੇ ਕੋਲ ਹੁਣ ਸਰੀਰ ਹੈ। ਅਸੀਂ ਜਦੋਂ ਬੈਠੇ ਹੋਏ ਹਾਂ ਸਾਡੇ ਸਾਰਿਆਂ ਦੇ ਕੋਲ ਸਰੀਰ ਹੈ। ਇਹਦਾ ਮਤਲਬ ਹੈ ਵੀ ਰੱਬ ਦੀ ਬਖਸ਼ਿਸ਼ ਹੈ ਸਾਡੇ ਪੱਲੇ ਇਹ। ਪਰ ਇਹ ਇੱਦਾਂ ਦੀ ਬਖਸ਼ਿਸ਼ ਹੈ ਵੀ ਜਿਹਨੂੰ ਅਸੀਂ ਕਹਿ ਤੇ ਸਕਦੇ ਹਾਂ ਵੀ ਸਾਡਾ ਹੈ, ਪਰ ਸਾਡਾ ਹੈ ਵੀ ਨਹੀਂ। ਅਸੀਂ ਕਹਿ ਤੇ ਦਿੰਦੇ ਹਾਂ ਵੀ ਹਾਂ ਇਹ ਚੀਜ਼ ਮੇਰਾ ਸਰੀਰ ਹੈ, ਪਰ ਕੋਈ ਇਹਦੇ ਬਾਰੇ ਦਾਅਵਾ ਕਰ ਸਕਦਾ ਹੋਵੇ ਵੀ ਹਾਂ ਇਹ ਵਾਕਿਆ ਹੀ ਮੇਰਾ ਹੈ ਤੇ ਮੈਂ ਇਹਦੇ ਉੱਤੇ ਕਬਜ਼ਾ ਕਰਕੇ ਬੈਠਾ ਹੋਇਆ ਹਾਂ। ਕਿੰਨੀਆਂ ਚੀਜ਼ਾਂ ਨੇ, ਬੰਦਾ ਆਪਾਂ ਵਾਰ-ਵਾਰ ਇਸ ਗੱਲ ਨੂੰ ਵਿਚਾਰਦੇ ਹੁੰਦੇ ਹਾਂ ਕਿ ਤੁਸੀਂ ਵੇਖੋ ਨਾ, ਅਸੀਂ ਕੋਈ ਵੀ ਚੀਜ਼ ਲੈ ਕੇ ਆਉਂਦੇ ਹਾਂ ਸੁਸਾਇਟੀ ਦੇ ਵਿੱਚ, ਕੋਈ ਗੱਡੀ ਖਰੀਦਦੇ ਹਾਂ, ਘਰ ਖਰੀਦਦੇ ਹਾਂ, ਅਸੀਂ ਦਿਖਾ ਸਕਦੇ ਹਾਂ ਨਾ ਵੀ ਆਹ ਵੇਖ ਮੇਰਾ ਹੈ, ਤੇ ਘੱਟੋ ਘੱਟ ਇਹਦੇ ਉੱਤੇ ਜਦੋਂ ਉਹ ਟਾਈਮ ਲਿਖ ਦਿੰਦੇ ਨੇ ਵੀ 15 ਸਾਲ ਤੱਕ ਇਹ ਸਾਡਾ ਹੈ, 100 ਸਾਲ ਤੱਕ ਸਾਡਾ ਹੈ, ਇੰਨੇ ਸਾਲ ਤੱਕ ਇਹ ਸਾਡਾ ਹੈ, ਲਿਖਿਆ ਤੇ ਹੁੰਦਾ ਹੀ ਹੈ ਨਾ। ਉਹ ਕਾਗਜ਼ ਵੀ ਉਹਦੇ ਬਾਰੇ ਚੱਲਦੇ ਨੇ ਵੀ ਹਾਂ ਇਹ ਕਾਗਜ਼ ਵੀ ਇਸ ਗੱਲ ਨੂੰ ਦੱਸਦੇ ਪਏ ਨੇ ਵੀ ਆਹ ਚੀਜ਼ ਇੰਨੇ ਸਮੇਂ ਤੱਕ ਸਾਡੀ ਹੈ। ਸਰੀਰ ਦੇ ਬਾਰੇ ਕਿਹੜਾ ਕਾਗਜ਼ ਬਣ ਸਕਦਾ ਹੈ? ਸਾਡੇ ਆਪਣੇ ਸਰੀਰ ਦੇ ਬਾਰੇ ਕਿਹੜਾ ਕਾਗਜ਼ ਬਣ ਸਕਦਾ? ਇਹ ਹੁਣ ਮੇਰਾ ਹੈ ਤੇ ਹੋ ਸਕਦਾ ਅਗਲੇ 5 ਸਾਲਾਂ ਤੱਕ ਵੀ ਮੇਰਾ ਹੋਵੇ, ਤੇ ਇਹ ਵੀ ਗੱਲ ਨਾਲ ਹੀ ਚੱਲਦੀ ਹੈ ਵੀ ਹੋ ਸਕਦਾ ਅਗਲੇ 5 ਮਿੰਟਾਂ ਬਾਅਦ ਵੀ ਮੇਰਾ ਨਾ ਹੋਵੇ। ਚੱਲਣ ਦਾ ਕੀ ਹੈ? ਚੱਲਣ ਨੂੰ 80 ਸਾਲ ਚੱਲ ਪਵੇ, 100 ਸਾਲ ਚੱਲ ਪਵੇ, 120 ਸਾਲ ਚੱਲ ਪਵੇ, ਨਾ ਚੱਲਣ ਨੂੰ ਭਾਵੇਂ ਅਗਲਾ ਪਲ ਵੀ ਨਾ ਚੱਲੇ। ਮਹਾਰਾਜ ਕਹਿੰਦੇ ਨੇ ਨਾ, ਹਰ ਜਪਦਿਆਂ ਖਿਨ ਢਿੱਲ ਨਾ ਕੀਜੇ, ਮੇਰੀ ਜਿੰਦੜੀਏ ਮੱਤ ਕੇ ਜਾਪੈ, ਸਾਹ ਆਵੇ ਕਿ ਨਾ ਆਵੇ ਰਾਮ। ਕੀ ਗਰੰਟੀ ਹੈ ਮੇਰੇ ਕੋਲ ਵੀ ਮੈਂ ਇਸ ਗੱਲ ਦਾ ਦਾਅਵਾ ਕਰਾਂ ਵੀ ਮੈਨੂੰ ਆਉਣ ਵਾਲੇ ਦਿਨ ਤੱਕ ਸਾਹ ਆਉਂਦੇ ਹੀ ਰਹਿਣਗੇ? ਕਿਹਦੇ ਕੋਲ ਗਾਰੰਟੀ ਹੈ ਇਸ ਗੱਲ ਦੀ? ਕੋਈ ਵੀ ਨਹੀਂ ਗਰੰਟੀ ਲੈ ਸਕਦਾ। ਜਦੋਂ ਸਾਨੂੰ ਸਰੀਰ ਮਿਲਦਾ ਹੈ ਨਾ ਮਾਲਕ ਦੇ ਵੱਲੋਂ, ਫਿਰ ਅਸੀਂ ਉਹਦੇ ਵਿੱਚ ਵੇਖੀਏ ਵੀ ਕਰਦੇ ਕੀ ਪਏ ਹਾਂ। ਸੁਭਾਵਿਕ ਜੀ ਗੱਲ ਹੈ, ਇੱਕ ਹੁੰਦੀ ਹੈ ਸਾਡੀ ਨੀਡ, ਸਾਡੀ ਜ਼ਰੂਰਤ, ਉਹ ਸਾਰਿਆਂ ਦੀ ਪੂਰੀ ਵੀ ਹੋ ਜਾਂਦੀ ਹੈ ਤੇ ਪੂਰੀ ਕਰਨੀ ਵੀ ਚਾਹੀਦੀ ਹੈ। ਇੱਕ ਹੁੰਦੀ ਹੈ ਸਾਡੀ ਜ਼ਰੂਰਤ, ਲੋੜ, ਇੱਕ ਹੁੰਦੀ ਹੈ ਸਾਡੀ ਭੁੱਖ। ਤੇ ਮੈਂ ਬੇਨਤੀ ਕਰ ਦੇਵਾਂ, ਲੋੜ ਹਰ ਇੱਕ ਦੀ ਪੂਰੀ ਹੋ ਜਾਂਦੀ ਹੈ, ਭੁੱਖ ਕਿਸੇ ਦੀ ਪੂਰੀ ਨਹੀਂ ਹੁੰਦੀ। ਕੋਈ ਵਿਰਲਾ ਹੋਵੇ ਤੇ ਭੁੱਖ ਤੋਂ ਸ਼ਾਂਤ ਹੋ ਜਾਂਦਾ ਹੈ, ਨਹੀਂ ਤੇ ਲੋੜ ਸਾਰਿਆਂ ਦੀ ਪੂਰੀ ਹੋ ਜਾਂਦੀ ਹੈ, ਭੁੱਖ ਕਿਸੇ ਦੀ ਪੂਰੀ ਨਹੀਂ ਹੁੰਦੀ। ਲੋੜ ਹੈ ਬੰਦੇ ਦੀ 3 ਰੋਟੀਆਂ, ਕਿ ਹਾਂ ਇੰਨਾ ਮੈਂ ਖਾ ਸਕਦਾ ਹਾਂ। 3 ਰੋਟੀਆਂ ਕਮਾਉਣੀਆਂ ਕਿੱਦਾਂ ਨੇ, ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿੱਦਾਂ ਕਮਾਉਣੀਆਂ ਨੇ, ਇਹ ਲੋੜ ਹੈ। 3 ਰੋਟੀਆਂ ਖਾ ਕੇ ਵੀ ਸਿਦਕ ਨਹੀਂ ਆ ਰਿਹਾ, ਇਹ ਫਿਰ ਭੁੱਖ ਹੈ। ਔਰ ਉਹਦਾ ਇਲਾਜ ਕਿਵੇਂ ਕਰਨਾ ਹੈ, ਇਹ ਉਸ ਬੰਦੇ ਨੂੰ ਸੋਚਣਾ ਵੀ ਅਸੀਂ ਕਿੱਦਾਂ ਇਸ ਗੱਲ ਦਾ ਇਲਾਜ ਕਰਦੇ ਹਾਂ। ਲੋੜ ਤੇ ਭੁੱਖ ਦੇ ਵਿੱਚ ਇੰਨਾ ਕੁ ਫਰਕ ਹੈ। ਲੋੜ ਸਾਰਿਆਂ ਨੂੰ ਹੀ ਹੈ। ਆਪਾਂ ਇੱਕ ਉਦਾਹਰਣ ਲੈ ਲਈਏ ਗੁਰਬਾਣੀ ਦੇ ਵਿੱਚੋਂ। ਹਜ਼ੂਰ ਕਹਿੰਦੇ ਨੇ, ਤੀਨ ਸ਼ੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ।
ਬੜਾ ਗਹਿਰਾ ਜਿਹਾ ਸ਼ਬਦ ਹੈ, ਇਹਨੂੰ ਚੰਗੀ ਤਰ੍ਹਾਂ ਜੇ ਸਮਝਾਂਗੇ ਤਾਂ ਤੀਨ ਸੇਰ ਕਾ ਦਿਹਾੜੀ ਮਹਿਮਾਨ। ਅਸੀਂ ਜਦੋਂ ਲਗਭਗ ਜਿੰਨੇ ਵਜੇ ਵੀ ਉੱਠੇ ਹੋਵਾਂਗੇ ਉਹਦੇ ਤੋਂ ਲੈ ਕੇ ਸੌਣ ਤੱਕ ਜੇ 8 ਘੰਟੇ ਆਪਾਂ ਆਪਣੀ ਨੀਂਦ ਨੂੰ ਦਿੰਦੇ ਹਾਂ ਤੇ ਸਾਡੇ ਕੋਲ ਦਿਨ ਪਿੱਛੇ ਕਿੰਨਾ ਬਚਿਆ? 16 ਘੰਟੇ। 16 ਘੰਟੇ ਦਾ ਟਾਈਮ ਸੀ, ਸੁੱਤੇ ਤੇ ਅਸੀਂ ਖਾ ਨਹੀਂ ਸੀ ਨਾ ਸਕਦੇ। ਸਾਰਾ ਦਿਨ ਅਸੀਂ ਕਿੰਨਾ ਕੁ ਖਾਧਾ ਹੋਵੇਗਾ ਜੇ ਆਪਾਂ ਅੰਦਾਜ਼ਾ ਲਗਾ ਕੇ ਸੋਚੀਏ ਤੇ। ਬਾਬਾ ਕਬੀਰ ਪਤਾ ਕੀ ਕਹਿੰਦੇ ਨੇ? ਕਹਿੰਦੇ ਵੀ ਸਮਝ ਲਓ ਵੀ 3 ਕੁ ਸੇਰ ਅਸੀਂ ਨਾ ਅੰਨ ਖਾਧਾ ਹੈ ਬਸ। ਸੇਰ ਨੂੰ ਚਲੋ ਸਮਝਣਾ ਥੋੜ੍ਹਾ ਜਿਹਾ ਜੇ ਅੱਜ ਦੀ ਬੋਲੀ 'ਚ ਔਖਾ ਲੱਗੇਗਾ ਤੇ ਕਿਲੋ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ ਹੈ। ਜੋ ਅਸੀਂ ਪ੍ਰਸ਼ਾਦਾ ਛਕਿਆ ਹੈ ਉਹਦਾ ਆਟਾ, ਥੋੜ੍ਹੀ ਬਹੁਤੀ ਸਬਜ਼ੀ ਮਿਲਾ ਲਈਏ, ਚਲੋ ਪਾਣੀ ਬਾਹਰ ਵੀ ਕੱਢ ਦਈਏ ਇਹਦੇ ਵਿੱਚ ਜਾਂ ਮਿਲਾ ਵੀ ਲਈਏ, ਤੇ ਕੁੱਲ ਮਿਲਾ ਕੇ ਅਸੀਂ ਲਗਭਗ ਕਿੰਨਾ ਕੁ ਖਾ ਲਿਆ ਹੋਵੇਗਾ? ਆਟਾ ਤੇ 3 ਕਿਲੋ ਨਹੀਂ ਖਾ ਲਿਆ ਹੋਵੇਗਾ ਜਿੰਨੇ ਅਸੀਂ ਬੈਠੇ ਹਾਂ। 3 ਕਿਲੋ ਤੇ ਘਰ 'ਚ ਪੱਕ ਜੇ ਤੇ ਸਾਰਾ ਟੱਬਰ ਭੁਗਤ ਜਾਂਦਾ। ਇਕੱਲਾ ਬੰਦਾ ਕਿੰਨਾ ਕੁ ਖਾਂਦਾ ਹੋਵੇਗਾ? ਕਿੰਨੀਆਂ ਕੁ ਰੋਟੀਆਂ ਖਾ ਲਈਆਂ ਹੋਣਗੀਆਂ? ਔਰ ਵੇਖੋ ਤੁਸੀਂ, ਸਾਡੇ ਸਾਰੇ ਦਿਨ ਦੀ ਰੂਟੀਨ ਇਹ ਹੈ। ਹੋ ਸਕਦਾ ਹੈ ਮੇਰੇ ਘਰ ਦੇ ਵਿੱਚ, ਮੈਂ ਵਾਰ-ਵਾਰ ਕਹਿੰਦਾ ਹੁੰਦਾ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਪਰ ਇਹਨੂੰ ਸੋਚਣਾ ਵੀ ਤੇ ਇੱਦਾਂ ਸਾਨੂੰ ਪੈਣਾ ਨਾ ਵੀ ਮੇਰੇ ਘਰ ਦੇ ਵਿੱਚ 1 ਮਹੀਨੇ ਦਾ ਰਾਸ਼ਨ ਪਿਆ ਹੋਇਆ ਹੈ, ਆਟਾ ਪਿਆ ਹੋਇਆ। ਹੁਣ ਮੈਨੂੰ ਵੀ ਪਤਾ ਵੀ 1 ਮਹੀਨੇ ਦਾ ਜਿਹੜਾ ਰਾਸ਼ਨ ਪਿਆ, ਆਟਾ ਪਿਆ ਹੈ, ਇੱਕੋ ਦਿਨ ਨਹੀਂ ਸਾਰਾ ਬਣ ਸਕਦਾ। ਇਹਨੂੰ ਮੈਂ ਥੋੜ੍ਹਾ ਥੋੜ੍ਹਾ ਕਰਕੇ ਬਣਾਉਣਾ ਹੈ, ਖਾਣਾ ਵੀ ਮੈਂ ਹੈ। ਉਹ ਨਾ ਮੇਰੇ ਘਰ ਦੇ ਵਿੱਚ ਅਮਾਨਤ ਪਈ ਹੋਈ ਹੈ, ਉਹ ਚੀਜ਼ਾਂ ਪਈਆਂ ਹੋਈਆਂ ਨੇ। ਮੈਨੂੰ ਪਤਾ ਵੀ ਬਣਾਉਣੀਆਂ ਵੀ ਮੈਂ ਨੇ, ਖਾਣੀਆਂ ਵੀ ਮੈਂ ਨੇ, ਪਰ ਮੈਂ ਅੱਜ ਨਹੀਂ ਬਣਾ ਸਕਦਾ ਕਿਉਂਕਿ ਅੱਜ ਖਾਧੀਆਂ ਹੀ ਨਹੀਂ ਜਾਣਗੀਆਂ। ਕਿੰਨਾ ਕੁ ਖਾ ਲਵਾਂਗਾ? ਕਿਸੇ ਦੇ ਕੋਲ ਕਰੋੜ ਹੋਵੇ ਤੇ ਕੀ ਕਰੋੜ ਇੱਕੋ ਦਿਨ 'ਚ ਹੀ ਖਾ ਲਵੇਗਾ? ਖਾਵੇਗਾ ਤੇ ਓਨਾ ਹੀ ਨਾ ਜਿੰਨੀ ਕੁ ਭੁੱਖ ਹੈ ਬੰਦੇ ਨੂੰ। ਖਾਵੇਗਾ ਤੇ ਆਮ ਬੰਦੇ ਜਿੰਨਾ ਹੀ, ਹੋ ਸਕਦਾ ਉਹਨਾਂ ਦੇ ਨਾਲ ਭਾਵੇਂ ਘੱਟ ਹੀ ਖਾਂਦਾ ਹੋਵੇ। ਮਹਾਰਾਜ ਕਹਿੰਦੇ ਨੇ ਤੀਨ ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ। ਬਾਕੀ ਚੀਜ਼ਾਂ ਤੇ ਤੇਰੇ ਕੋਲ ਸਮਝ ਲਾ ਵੀ ਅਮਾਨਤ ਦੇ ਤੌਰ ਦੇ ਉੱਤੇ ਪਈਆਂ ਹੋਈਆਂ ਨੇ। ਜਿੱਦਾਂ ਕੋਈ ਚੀਜ਼ ਰੱਖ ਜਾਵੇ ਨਾ ਮੇਰੇ ਅੱਗੇ ਵੀ ਆ ਵੀ ਰੱਖ ਲਾ, ਆ ਵੀ ਰੱਖ ਲਾ, ਆ ਵੀ ਰੱਖ ਲਾ, ਪਰ ਖਾਧਾ ਨਾ ਜਾ ਸਕਦਾ ਹੋਵੇ। ਜਦੋਂ ਅਸੀਂ ਕੱਪੜੇ ਰੱਖਦੇ ਹਾਂ, ਕੱਪੜੇ ਸਾਡੇ ਕੋਲ 20 ਸੂਟ ਹੋਣ, 50 ਸੂਟ ਹੋਣ, ਪਾਵਾਂਗੇ ਤੇ ਇੱਕ ਹੀ, ਬਾਕੀ ਤੇ ਅਮਾਨਤ ਹੀ ਹੈ ਨਾ, ਬਾਕੀ ਤੇ ਸੰਭਾਲ ਕੇ ਰੱਖਿਆ ਹੋਇਆ ਨਾ। ਸਾਡੇ ਕੋਲ 20 ਘਰ ਹੋਣ, ਰਵਾਂਗੇ ਤੇ ਇੱਕ ਦੇ ਵਿੱਚ ਹੀ ਨਾ। 20 ਗੱਡੀਆਂ ਹੋਣ, ਚੱਲਾਵਾਂਗੇ ਤੇ ਇੱਕ ਟਾਈਮ ਤੇ ਇੱਕ ਹੀ ਚੱਲ ਸਕਦੀ ਹੈ ਨਾ। ਇੱਦਾਂ ਤਾਂ ਨਹੀਂ ਹੋ ਸਕਦਾ ਵੀ ਇੱਕ ਟਾਈਮ ਤੇ 3-4 ਇਕੱਠੀਆਂ ਚੱਲੀ ਜਾ ਰਹੀਆਂ ਨੇ ਤੇ ਚੌਵਾਂ 'ਚ ਹੀ ਮੈਂ ਬੈਠਾ ਹੋਇਆ। ਜਿਹੜੀ ਚੀਜ਼ ਹੈ ਅਸਲ ਦੇ ਵਿੱਚ ਚੀਜ਼ ਬਾਕੀ ਮੇਰੇ ਕੋਲ ਅਮਾਨਤ ਹੀ ਹੁੰਦੀ ਹੈ। ਮੇਰੇ ਕੋਲ ਕੀ ਹੈ ਇਸ ਦੁਨੀਆ ਦੇ ਵਿੱਚ? ਬਸ ਉਹੀ ਹੈ ਜਿਹੜਾ ਮੇਰੇ ਕੋਲ ਇਸ ਟਾਈਮ ਹੈ ਤੇ ਜਿਹਨੂੰ ਮੈਂ ਵਰਤਦਾ ਪਿਆ। ਮੈਂ ਫੇਰ ਦੁਹਰਾ ਦੇਵਾਂ, ਲੋੜ ਹਰ ਇੱਕ ਦੀ ਪੂਰੀ ਹੋ ਜਾਂਦੀ ਹੈ, ਭੁੱਖ ਕਿਸੇ ਵਿਰਲੇ ਦੀ ਪੂਰੀ ਹੁੰਦੀ ਹੈ। ਮਰਦ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਮਨ ਰੁਕਦਾ ਨਹੀਂ ਹੈ, ਸਗੋਂ ਹੋਰ ਦੌੜਦਾ ਹੈ। ਹੁਣ ਇੱਥੇ ਗੱਲ ਹੈ ਵੀ ਸਾਨੂੰ ਸਰੀਰ ਮਿਲ ਗਿਆ ਤੇ ਬਾਬਾ ਕਬੀਰ ਕਹਿੰਦੇ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਓ, ਸਾਡੇ ਵੱਸ ਦੇ ਵਿੱਚ ਨਹੀਂ ਜੇ ਵੀ ਅਸੀਂ ਸਰੀਰ ਨੂੰ ਸੰਭਾਲ ਕੇ ਰੱਖ ਲਵਾਂਗੇ। ਮੈਂ ਇੱਕ ਦਿਨ ਬੇਨਤੀ ਕਰਦਾ ਪਿਆ ਸੀ, ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਆਪਣੇ ਸਰੀਰਾਂ ਦੇ ਵੱਲ ਧਿਆਨ ਦੇ ਕੇ ਇਸ ਗੱਲ ਨੂੰ ਵੇਖੀਏ। ਅਸੀਂ ਕਿਸੇ ਵੇਲੇ ਇਸ ਗੱਲ ਦਾ ਜਦੋਂ ਦਾਅਵਾ ਕਰਦੇ ਹਾਂ, ਵੇਖੋ ਮੈਡੀਕਲ ਸਾਇੰਸ ਕਿੱਥੋਂ ਤੱਕ ਪਹੁੰਚ ਗਈ ਹੈ ਕਿ ਅਸੀਂ ਕੀ ਕਹਿੰਦੇ ਹਾਂ ਜੀ, ਬੰਦਾ ਲਗਭਗ ਖਤਮ ਸੀ ਜੇ ਇਹ 10-15 ਮਿੰਟ ਹੋਰ ਲੇਟ ਹੋ ਜਾਂਦਾ। ਤੁਸੀਂ ਟਾਈਮ ਦੇ ਉੱਤੇ ਇਹਨੂੰ ਹੌਸਪੀਟਲ ਲੈ ਆਏ ਜੇ ਤੇ ਇਹ ਬੰਦਾ ਬਚ ਗਿਆ। ਕਿੰਨੀ ਵਾਰ ਅਸੀਂ ਇਹ ਗੱਲ ਸੁਣੀ ਹੋਵੇਗੀ ਜੀ, ਟਾਈਮ ਦੇ ਉੱਤੇ ਪਹੁੰਚ ਗਏ ਤੇ ਬੰਦਾ ਬਚ ਗਿਆ। ਦੂਜੇ ਨੰਬਰ ਦੇ ਉੱਤੇ ਅਸੀਂ ਕਿੰਨੀਆਂ ਇੱਦਾਂ ਦੀਆਂ ਗੱਲਾਂ ਸੁਣਦੇ ਹਾਂ ਵੀ ਡਾਕਟਰ ਸਰਾਣੇ ਦੇ ਉੱਤੇ ਖਲੋਤੇ ਹੋਏ ਸੀ, ਬੰਦੇ ਨੂੰ ਹਸਪਤਾਲ ਦੇ ਵਿੱਚ ਪਏ ਹੋਏ ਨੂੰ ਕਈ ਦਿਨ ਹੋ ਗਏ ਸੀ, ਤਾਂ ਵੀ ਨਹੀਂ ਬਚਿਆ। ਇਹ ਕੀ ਚੱਕਰ ਚੱਲ ਗਿਆ? ਤੇ ਆਪ ਜੀ ਇਸ ਗੱਲ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝਿਓ। ਆਪਣੀ ਜ਼ਿੰਦਗੀ ਦੇ ਬਾਰੇ, ਸਾਡੀ ਸਾਰਿਆਂ ਦੇ ਬਾਰੇ ਗੱਲ ਹੈ। ਇਹ ਮੌਤ ਦੀ ਗੱਲ ਨਹੀਂ ਹੈ, ਇਹ ਗੱਲ ਅਸਲ 'ਚ ਸਾਡੀ ਜ਼ਿੰਦਗੀ ਦੇ ਬਾਰੇ ਸਮਝਣ ਦੀ ਹੈ। ਬਾਬਾ ਫਰੀਦ ਕਹਿੰਦੇ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ। ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਕਿ ਸਾਡੇ ਸਿਰਫ ਜਿਹੜੀਆਂ ਨੋਰਮਲ ਦੀਆਂ ਬਿਮਾਰੀਆਂ ਚੱਲਦੀਆਂ ਨੇ, ਮੈਂ ਉਹਨਾਂ ਦੀ ਜ਼ਿਕਰ ਕਰਾਂਗਾ। ਇਹ ਵੀ ਬਿਮਾਰੀਆਂ ਦੀ ਕਥਾ ਹੈ ਕਿਉਂਕਿ ਨੈਗੇਟਿਵਿਟੀ ਨਹੀਂ ਮੈਂ ਇਸ ਪਾਸੇ ਤੋਂ ਗੱਲ ਕਰਦਾ। ਜਦੋਂ ਡਾਕਟਰ ਕੋਈ ਆਪਰੇਸ਼ਨ ਕਰਦਾ ਹੈ
ਉਹ ਪਹਿਲਾਂ ਕੀ ਵੇਖਦਾ ਵੀ ਇਹਦੇ ਪੱਲੇ ਕੀ ਹੈ ਬੰਦੇ ਦੇ, ਵੀ ਆਪਰੇਸ਼ਨ ਬਰਦਾਸ਼ਤ ਵੀ ਕਰ ਸਕਦਾ ਕਿ ਨਹੀਂ ਬਰਦਾਸ਼ਤ ਕਰ ਸਕਦਾ। ਵੇਖੋ ਕਈਆਂ ਦੇ ਨਹੀਂ ਆਪਰੇਸ਼ਨ ਹੁੰਦੇ, ਉਹਨਾਂ ਨੂੰ ਪਤਾ ਵੀ ਹੋਣੇ ਨੇ ਪਰ ਨਹੀਂ ਕਰਵਾ ਸਕਦੇ ਕਿ ਹੋਰ ਵੀ ਨਾਲ ਪ੍ਰੋਬਲਮ ਚੱਲਦੀਆਂ ਪਈਆਂ ਨੇ। ਖਿੰਥੜ ਮੇਖਾਂ ਅਗਲੀਆਂ ਦਾ ਮਤਲਬ ਹੈ ਜਿੱਦਾਂ ਇੱਕ ਸੂਟ ਹੋਵੇ ਤੇ ਉਹ ਕਿਤੇ ਫਟ ਜਾਵੇ ਤੇ ਉਹਨੂੰ ਤੇ ਸਟਿਚ ਕੀਤਾ ਜਾ ਸਕਦਾ ਵੀ ਹਾਂਜੀ ਇੱਥੋਂ ਫਟ ਗਿਆ ਤੇ ਇਹਨੂੰ ਸਟਿਚ ਕਰ ਦਿਓ ਤੇ ਇਹ ਦੁਬਾਰਾ ਪਾਉਣ ਵਰਗਾ ਹੋ ਜਾਵੇਗਾ, ਪਾਉਣ ਜੋਗਾ ਹੋ ਜਾਵੇਗਾ। ਪਰ ਜੇ ਕਿਤੇ ਐਦਾਂ ਹੋ ਜਾਵੇ ਇਹ ਸੂਟ ਦੇ ਧਾਗੇ ਹੀ ਸਾਰੇ ਬਾਹਰ ਕੱਢ ਦਿੱਤੇ ਨੇ ਕਿਸੇ ਨੇ, ਫਿਰ ਕੌਣ ਸੀਵੇਗਾ ਉਹਨੂੰ? ਫਿਰ ਤਾਂ ਕੋਈ ਨਹੀਂ ਸੀ ਸਕਦਾ। ਆਪਾਂ ਵੇਖਦੇ ਹੀ ਹਾਂ, ਸਾਡੇ ਰੋਜ਼ ਘਰਾਂ ਦੀ ਉਦਾਹਰਣ ਹੈ। ਖਿੰਥੜ ਦਾ ਮਤਲਬ ਹੁੰਦਾ ਹੈ ਗੋਦੜੀ, ਜਿਹੜੇ ਉਹ ਕੱਪੜੇ ਪਾਉਂਦੇ ਹੁੰਦੇ ਸੀ ਜੋਗੀ ਸਾਧੂ ਦੇ। ਮੇਖ ਦਾ ਮਤਲਬ ਤੁਹਾਨੂੰ ਵੀ ਪਤਾ, ਉਹ ਛੋਟਾ ਜਿਹਾ ਕਿੱਲ ਵੈਸੇ ਹੁੰਦਾ ਸੀ, ਉਹਦਾ ਕੀ ਕੰਮ ਹੁੰਦਾ ਸੀ ਵੀ ਜੁੱਤੀ ਗੰਢਣੀ ਹੈ ਤੇ ਜੋੜ ਦਿੱਤੀ ਜਾਂਦੀ ਸੀ। ਇੱਥੇ ਮੇਖ ਦਾ ਮਤਲਬ ਹੈ ਜਿੱਦਾਂ ਗੋਦੜੀ ਨੂੰ ਸੀਨ ਦਿੱਤਾ ਜਾਂਦਾ ਹੈ ਵੀ ਕੱਪੜਾ ਫਟਿਆ ਤੇ ਇਹਨੂੰ ਸੀਨ ਦੋ, ਦੁਬਾਰਾ ਪਾਉਣ ਵਾਲਾ ਹੋ ਜਾਵੇਗਾ। ਇਹਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਇੱਦਾਂ ਵੇਖਾਂਗੇ ਨਾ, ਤੇ ਜਿੰਦ ਦਾ ਮਤਲਬ ਕੀ ਹੁੰਦਾ? ਜਿਹੜੀ ਸਾਡੇ ਅੰਦਰ ਜਾਨ ਹੈ, ਸਾਡੇ ਅੰਦਰ ਇੱਕ ਕੌਨਸ਼ੀਅਸ ਚੀਜ਼ ਹੈ ਜਿਹੜੀ ਸਾਡੀਆਂ ਵਿੱਚ ਗੱਲਾਂ ਕਰਦੀ ਹੈ। ਆਪਾਂ ਕਦੀ ਸੁਣਿਆ ਹੋਵੇਗਾ, ਤੁਸੀਂ ਵੀ ਸੋਚੋਗੇ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬੈਠੇ, ਪਰ ਸਮਝਣ ਦੇ ਲਈ ਇਹ ਜ਼ਰੂਰੀ ਹੈ ਗੱਲ। ਕਿਸੇ ਵੇਲੇ ਕੀ ਹੁੰਦਾ ਕਿ ਬੰਦੇ ਦਾ, ਰੱਬ ਨਾ ਕਰੇ, ਸੜਕ 'ਤੇ ਜਾ ਰਿਹਾ ਸੀ ਤੇ ਐਕਸੀਡੈਂਟ ਹੋ ਗਿਆ। ਹੁਣ ਉਸ ਬੰਦੇ ਦੀਆਂ ਵੇਖੋ ਵੀ ਕਿਸੇ ਦੇ ਨਾਲ ਤਾਂ ਐਡੀ ਮਾੜੀ ਹੋ ਜਾਂਦੀ ਆ ਵੀ ਲੱਤਾਂ ਵੀ ਟੁੱਟ ਗਈਆਂ, ਬੰਦਾ ਤੁਰਨ ਜੋਗਾ ਨਹੀਂ। ਤੇ ਰਿਸ਼ਤੇਦਾਰ ਜਦੋਂ ਪਤਾ ਲੈਣ ਆਉਂਦੇ ਨੇ ਨਾ, ਤੇ ਪਤਾ ਕੀ ਕਰਦੇ ਨੇ? ਚੱਲ ਸ਼ੁਕਰ ਆ ਜਾਨ ਬਚ ਗਈ। ਅਜੇ ਤੁਸੀਂ ਵੇਖੋ ਵੀ ਉਹ ਤੁਰ ਨਹੀਂ ਸਕਦਾ ਉੱਠ ਕੇ, ਪਰ ਰਿਸ਼ਤੇਦਾਰ ਕੀ ਕਹਿ ਰਹੇ ਨੇ? ਸ਼ੁਕਰ ਆ ਜਾਨ ਬਚ ਗਈ। ਇਹਦਾ ਮਤਲਬ ਹੈ ਵੀ ਲੱਤਾਂ ਜਾਨ ਨਹੀਂ ਸੀ, ਜਾਨ ਕੋਈ ਹੋਰ ਚੀਜ਼ ਸੀ। ਲੱਤਾਂ ਤਾਂ ਚਲੀਆਂ ਗਈਆਂ ਨੇ, ਬਾਂਹ ਚਲੀ ਗਈ, ਚੱਲ ਕੋਈ ਨਹੀਂ, ਥੋੜ੍ਹੀ ਸੱਟ ਲੱਗ ਗਈ ਆ, ਜਾਨ ਬਚ ਗਈ, ਇੰਨਾ ਹੀ ਬੜਾ। ਜਾਨ ਕੋਈ ਹੋਰ ਚੀਜ਼ ਹੈ, ਜਿੰਦ ਕੋਈ ਹੋਰ ਚੀਜ਼ ਹੈ। ਜਿੰਨੇ ਵੀ ਆਪਰੇਸ਼ਨ, ਜਿੰਨੀਆਂ ਵੀ ਅਸੀਂ ਦਵਾਈਆਂ, ਜਿੰਨਾ ਵੀ ਇਲਾਜ ਕਰਾਉਂਦੇ ਆ ਨਾ, ਇਹ ਓਨਾ ਚਿਰ ਹੀ ਹੈ ਜਿੰਨਾ ਚਿਰ ਤੱਕ ਜਾਨ ਬਚੀ ਹੋਈ ਹੈ। ਜੇ ਜਾਨ ਨਾ ਬਚੀ ਤੇ ਫਿਰ ਕਾਹਦੇ ਆਪਰੇਸ਼ਨ? ਜਾਨ ਨਹੀਂ ਹੈ ਤੇ ਫਿਰ ਕਾਹਦੀਆਂ ਦਵਾਈਆਂ? ਕਦੀ ਡੈਡ ਬੋਡੀ ਨੇ ਵੀ ਦਵਾਈਆਂ ਖਾਧੀਆਂ ਨੇ? ਕੌਣ ਖਾਂਦਾ? ਕੋਈ ਵੀ ਨਹੀਂ ਖਾਂਦਾ। ਮਹਾਰਾਜ ਕਹਿੰਦੇ ਫਰੀਦਾ ਖਿੰਥੜ ਮੇਖਾਂ ਅਗਲੀਆਂ, ਭਾਈ ਜਿਉਂਦੇ ਹਾਂ ਤੇ ਬੜੀਆਂ ਦਵਾਈਆਂ ਵੀ ਖਾ ਲਵਾਂਗੇ, ਜਿਉਂਦੇ ਹਾਂ ਤੇ ਬੜੇ ਆਪਰੇਸ਼ਨ ਵੀ ਕਰਾ ਲਵਾਂਗੇ। ਕਈਆਂ ਦੇ ਪਤਾ ਨਹੀਂ ਕਿੰਨੇ ਕਿੰਨੇ ਆਪਰੇਸ਼ਨ ਹੋ ਜਾਂਦੇ ਨੇ। ਖਿੰਥੜ ਮੇਖਾਂ ਅਗਲੀਆਂ, ਇਹ ਸਮਝ ਲਓ ਵੀ ਅਜੇ ਕੱਪੜਾ ਬਚਿਆ ਤੇ ਤੁਸੀਂ ਉਹਨੂੰ ਸਟਿਚ ਕਰ ਸਕਦੇ ਜੇ। ਤੇ ਮਹਾਰਾਜ ਕਹਿੰਦੇ ਜਿੰਦ ਨਾ ਕਾਈ ਮੇਖ, ਤੇ ਜਦੋਂ ਕੱਪੜੇ ਦੇ ਧਾਗੇ ਨਿਕਲ ਗਏ ਫਿਰ ਕਿਹਨੇ ਸੀ ਲੈਣਾ? ਜਦੋਂ ਜਿੰਦ ਹੀ ਮੁੱਕ ਗਈ ਤੇ ਸਰੀਰ ਦੇ ਵਿੱਚੋਂ ਕੀ ਨਿਕਲ ਸਕਦਾ ਹੈ? ਮੈਂ ਅਕਸਰ ਕਹਿੰਦਾ ਹੁੰਦਾ ਨਾ ਕਿ ਵੇਖੋ ਇਹੀ ਅੱਖਾਂ ਨੇ, ਮੈਡੀਕਲ ਸਾਇੰਸ ਕਹਿੰਦੀ ਆ ਵੀ ਬੰਦਾ ਚੜ੍ਹਾਈ ਕਰ ਜਾਵੇ ਤੇ ਇਹ ਅੱਖਾਂ ਜਿਹੜੀਆਂ ਨੇ ਕਿਸੇ ਹੋਰ ਦੇ ਵਿੱਚ ਪਾ ਦਿੱਤੀਆਂ ਜਾਣ ਤੇ ਉਹਨੂੰ ਦਿਸਣਾ ਸ਼ੁਰੂ ਹੋ ਜਾਂਦਾ। ਅਸੀਂ ਨਹੀਂ ਵੇਖ ਪਾਉਂਦੇ, ਜਿਹੜਾ ਚੜ੍ਹਾਈ ਕਰ ਗਿਆ ਉਹ ਨਹੀਂ ਵੇਖ ਪਾਉਂਦਾ। ਜਿਹਨੂੰ ਬਦਲ ਕੇ ਪਾ ਦਿੱਤੀਆਂ ਗਈਆਂ ਨੇ ਉਹ ਵੇਖਦਾ ਪਿਆ ਹੈ, ਕਿਉਂਕਿ ਉਹਦੇ ਅੰਦਰ ਜਿੰਦ ਹੈ। ਸਾਡੇ ਅੰਦਰ ਜਿੰਦ ਹੈ ਨਹੀਂ, ਅਸੀਂ ਨਹੀਂ ਵੇਖ ਸਕਦੇ। ਮਹਾਰਾਜ ਨੇ ਉਹ ਗੱਲ ਕਹੀ, ਕਿੰਨੀ ਵੀ ਕੋਸ਼ਿਸ਼ ਕਰ ਲੋਗੇ ਜ਼ਿੰਦਗੀ ਦੇ ਵਿੱਚ, ਦੌੜ ਲੋਗੇ, ਭੱਜ ਲੋਗੇ, ਸਾਰੀ ਜ਼ਿੰਦਗੀ ਪੈਸਾ ਪੈਸਾ ਕਰਦੇ ਰਹੋ, ਸਾਰੀ ਜ਼ਿੰਦਗੀ ਜੋ ਮਰਜ਼ੀ ਕਰਦੇ ਰਹੋ, ਸਿਰਫ ਓਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਰੀਰ ਹੈ, ਜਿੰਨਾ ਚਿਰ ਤੱਕ ਸਰੀਰ ਹੈ। ਤੇ ਕੋਈ ਵੀ ਬੰਦਾ, ਭਾਵੇਂ ਕੋਈ ਧਾਰਮਿਕ ਹੋਵੇ, ਭਾਵੇਂ ਕੋਈ ਡਾਕਟਰ ਹੋਵੇ, ਭਾਵੇਂ ਕਿਸੇ ਵੀ ਰੁਤਬੇ ਵਾਲਾ ਬੰਦਾ ਹੋਵੇ, ਕੋਈ ਵੀ ਬੰਦਾ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ ਵੀ ਭਾਈ ਆਹ ਮੇਰਾ ਸਰੀਰ ਹੁਣ ਮੇਰੇ ਕੋਲ ਹੈ ਤੇ ਅਗਲੇ ਪਲ ਵੀ ਇਹ ਮੇਰੇ ਕੋਲ ਹੀ ਹੋਵੇਗਾ। ਬਾਬਾ ਕਬੀਰ ਕਹਿੰਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨੀ ਮਰਜ਼ੀ ਤੁਸੀਂ ਹਿੰਮਤ ਰੱਖ ਲਓ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਕੀ ਹੁੰਦਾ ਹੈ? ਦਾਤਾਰ ਕਹਿੰਦੇ ਕਬੀਰ ਇਹ ਤਨ ਜਾਏਗਾ, ਇਹ ਵਹਿੰਦਿਆਂ ਵਹਿੰਦਿਆਂ ਤੁਹਾਡੇ ਹੱਥੋਂ ਨਿਕਲ ਜਾਵੇਗਾ। ਅਸੀਂ ਕਿੱਦਣ ਇਸ ਸਟੇਜ ਦੇ ਉੱਤੇ ਸੀ ਜਿੱਦਣ ਸਾਡੇ ਕੋਲ ਬਚਪਨ ਸੀ। ਤੁਹਾਡੇ ਵਿੱਚੋਂ ਹੁਣ ਵੇਖੋ ਨਾ, ਕਈ ਬਜ਼ੁਰਗੀ ਦੀ ਦਹਲੀਜ਼ ਤੇ ਬੈਠੇ ਹੋਏ ਨੇ। ਬਚਪਨ ਦੇ ਵਿੱਚੋਂ ਅਸੀਂ ਸਾਰੇ ਨਿਕਲ ਕੇ ਆਏ ਹਾਂ। ਕਿਹੜਾ ਦਿਨ ਸੀ ਜਿੱਦਣ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਹੱਥੋਂ ਅੱਜ ਬਚਪਨ ਨਿਕਲ ਗਿਆ ਤੇ ਜਵਾਨੀ ਆ ਗਈ, ਤੇ ਅੱਜ ਜਵਾਨੀ ਵੀ ਨਿਕਲ ਗਈ ਤੇ ਬੁਢਾਪਾ ਸਾਡੇ ਪੱਲੇ ਆ ਗਿਆ। ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜ਼ਿੰਦਗੀ ਨਿਕਲ ਜਾਂਦੀ ਹੈ, ਔਰ ਇੰਝ ਲੱਗਦਾ ਜਿਵੇਂ ਕੱਲ੍ਹ ਦੀਆਂ ਗੱਲਾਂ ਨੇ। ਇੱਦਾਂ ਤਿਲਕਦੀ ਆ ਜ਼ਿੰਦਗੀ ਸਾਡੇ ਹੱਥ ਦੇ ਵਿੱਚੋਂ। ਬਾਬਾ ਕਬੀਰ ਕਹਿੰਦੇ ਕਬੀਰ ਇਹ ਤਨ ਜਾਏਗਾ, ਭਾਈ ਇਹ ਸਰੀਰ ਤੇ ਜਾਏਗਾ, ਸਕੋ ਤਾਂ ਲਿਹੋ ਬਹੋਰ, ਤੇ ਭਲਾ ਕੋਸ਼ਿਸ਼ ਕਰਕੇ ਵੇਖ ਲਓ ਵੀ ਤੁਸੀਂ ਸਰੀਰ ਨੂੰ ਬਚਾ ਸਕਦੇ ਜੇ। ਉਹ ਇੱਕ ਗੱਲ ਉਹ ਆਪ ਜੀ ਨੇ ਸ਼ਾਇਦ ਸੁਣੀ ਹੋਵੇਗੀ ਨਾ, ਉਹ ਕਈਆਂ ਨੇ ਤੇ ਉਹਨੂੰ ਉਸ ਗੱਲ ਨੂੰ ਸਿਕੰਦਰ ਦੇ ਨਾਲ ਜੋੜਿਆ ਹੈ। ਵੈਸੇ ਗੱਲ ਇੱਦਾਂ ਦੀ ਹੁੰਦੀ ਸੀ ਵੀ ਸਿਕੰਦਰ ਦਾ ਨਾਮ ਲਵਾਂਗੇ ਤੇ ਲੋਕ ਗੱਲ ਛੇਤੀ ਸੁਣ ਲੈਣਗੇ। ਗੱਲ ਸਮਝਾਉਣ ਦੀ ਖਾਤਰ ਹੁੰਦੀ ਸੀ ਵੀ ਸਿਕੰਦਰ ਦਾ ਵੱਡਾ ਬੜਾ ਨਾਂ ਸੀ, ਇਸ ਕਰਕੇ ਲੋਕੀ ਗੱਲ ਸੁਣ ਲੈਂਦੇ ਹੁੰਦੇ ਸੀ।
ਉਹ ਕਹਿੰਦੇ ਨੇ ਵੀ ਉਹਨੂੰ ਕਿਤੇ ਆਪਣੇ ਆਖਰੀ ਸਮੇਂ ਦੇ ਵਿੱਚ ਕਿਤੇ ਦਰਦ ਉੱਠਿਆ ਜਾਂ ਕਿਤੇ ਬਿਮਾਰ ਹੋ ਗਿਆ, ਤੋ ਸਾਰਿਆਂ ਨੂੰ ਜਦੋਂ ਸਲਾਹ ਕਰਦਾ ਤੇ ਸਾਰੇ ਜਾਣੇ ਕਹਿੰਦੇ ਨੇ ਵੀ ਅਸੀਂ ਸਾਰਾ ਕੁਝ ਤੇ ਕਰ ਸਕਦੇ ਹਾਂ, ਪਰ ਤੇਰੀ ਜਾਨ ਨਹੀਂ ਬਚਾ ਸਕਦੇ, ਉਹ ਸਾਡੇ ਹੱਥ ਦੇ ਵਿੱਚ ਨਹੀਂ ਹੈ। ਤਾਂ ਫਿਰ ਉਹਨੇ ਜਿਹੜੀ ਗੱਲ ਬੋਲੀ ਸੀ ਵੀ ਜਦੋਂ ਮੈਂ ਜਾਵਾਂ ਤੇ ਮੇਰੇ ਹੱਥ ਪੈਰ ਜਿਹੜੇ ਨੇ ਉਹ ਕਹਿੰਦੇ ਸੀ ਵੀ ਕਫਨ ਤੋਂ ਬਾਹਰ ਕੱਢ ਦਿੱਤੇ ਜਾਣ। ਹੈ ਤੇ ਸਮਝਾਉਣ ਦੀ ਖਾਤਰ ਗੱਲ ਹੈ ਬਸ। ਕੌਣ ਕਫਨ ਦੇ ਵਿੱਚੋਂ ਹੱਥ ਪੈਰ ਬਾਹਰ ਕੱਢਦਾ? ਕੋਈ ਨਹੀਂ ਕੱਢਦਾ। ਸਿਰਫ ਸਮਝਾਉਣ ਦੀ ਖਾਤਰ ਗੱਲ ਸੀ। ਫਿਰ ਉਹ ਕਹਿੰਦਾ ਵੀ ਇਹਨੂੰ ਜਿਹੜੀ ਮੇਰੀ ਅਰਥੀ ਹੈ ਉਹਨੂੰ ਚੁੱਕਣ ਵੀ ਵੈਦ, ਹਕੀਮ ਚੁੱਕਣ, ਡਾਕਟਰ ਚੁੱਕਣ ਉਸ ਵੇਲੇ ਦੇ, ਵੀ ਹਾਂ ਵੀ ਇਹਦਾ ਮਤਲਬ ਕੀ ਹੈ? ਵੀ ਲੋਕੀ ਮੇਰੇ ਹੱਥਾਂ ਵੱਲ ਵੇਖ ਕੇ ਇਹ ਕਹਿਣ ਵੀ ਇਹ ਉਹ ਬਾਦਸ਼ਾਹ ਹੈ ਜਿਹਨੇ ਦੁਨੀਆ ਜਿੱਤੀ ਹੋਈ ਹੈ, ਪਰ ਹੁਣ ਵੇਖ ਲਓ ਇਹਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਜਦੋਂ ਮੇਰੇ ਡਾਕਟਰ ਮੇਰੀ ਅਰਥੀ ਨੂੰ ਚੁੱਕਣਗੇ ਤੇ ਉਹਦਾ ਮਤਲਬ ਸਿਰਫ ਇੰਨਾ ਕੀ ਹੈ ਵੀ ਜਿਹੜੇ ਦੁਨੀਆ ਨੂੰ ਕਹਿੰਦੇ ਨੇ ਵੀ ਅਸੀਂ ਤੁਹਾਡਾ ਇਲਾਜ ਕਰ ਸਕਦੇ ਹਾਂ, ਹੁਣ ਇਹਨਾਂ ਦੇ ਵੱਸ ਦੇ ਵਿੱਚ ਵੀ ਕੁਝ ਨਹੀਂ ਹੈ, ਇਹ ਵੀ ਨਹੀਂ ਜੇ ਕੁਝ ਕਰ ਸਕਦੇ। ਗੱਲ ਸਿਰਫ ਇੰਨੀ ਕੁ ਸੀ। ਬਾਬਾ ਕਬੀਰ ਕਹਿੰਦੇ ਨੇ ਆ ਜਿੰਨਾ ਚਿਰ ਅਸੀਂ ਤੁਰੇ ਫਿਰਦੇ ਹਾਂ ਨਾ, ਇੰਨਾ ਚਿਰ ਹੀ ਸਾਡੀ ਮਾਲਕੀ ਹੈ। ਤੁਸੀਂ ਵੇਖਦੇ ਹੀ ਜੇ ਅਸੀਂ, ਮੈਂ ਕਹਿੰਦਾ ਵੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਸ ਵੜੇ ਰਹੀਏ ਕੰਮ ਦੇ ਵਿੱਚ, ਵੜੇ ਰਹੀਏ ਕੰਮ ਦੇ ਵਿੱਚ, ਵੀ ਸਾਨੂੰ ਆਪਣੀ ਵੀ ਹਿੰਮਤ ਨਾ ਹੋਵੇ, ਆਪਣੀ ਵੀ ਹੋਸ਼ ਨਾ ਹੋਵੇ ਵੀ ਅਸੀਂ ਕਿੱਥੇ ਤੁਰੇ ਫਿਰਦੇ ਹਾਂ। ਰੋਟੀ ਖਾਣ ਦਾ ਵੇਲ ਨਾ ਹੋਵੇ। ਇੱਦਾਂ ਵੀ ਕਈਆਂ ਦੇ ਨਾਲ ਹੋ ਰਿਹਾ ਅੱਜ ਕੱਲ੍ਹ। ਉਹਨੂੰ ਰੋਟੀ ਖਾਣ ਦਾ ਵੇਲ ਨਹੀਂ ਹੈਗਾ। ਉਹਨਾਂ ਨੂੰ ਸਾਰੀ ਜ਼ਿੰਦਗੀ ਰੋਟੀ ਲਈ ਕਮਾਉਂਦੇ ਨੇ, ਰੋਟੀ ਚੈਨ ਨਾਲ ਨਹੀਂ ਖਾ ਸਕਦੇ। ਬੜਿਆਂ ਦੇ ਨਾਲ ਇੱਦਾਂ ਹੋ ਰਿਹਾ, ਔਰ ਸ਼ਹਿਰਾਂ 'ਚ ਤਾਂ ਖਾਸ ਕਰਕੇ ਹੋ ਰਿਹਾ। ਅਸੀਂ ਕਾਹਦੇ ਲਈ ਕਮਾਈ ਕਰਦੇ ਪਏ ਹਾਂ? ਇਸੇ ਕਰਕੇ ਤੇ ਕਰਦੇ ਪਏ ਨਾ ਵੀ 4 ਰੋਟੀਆਂ ਚੰਗੀਆਂ ਖਾ ਲਾਂਗੇ। ਤੇ ਵੇਖ ਲਓ ਜਦੋਂ ਰੋਟੀ ਖਾਣ ਦਾ ਵੇਲਾ ਆਉਂਦਾ, ਰੋਟੀ ਵਿੱਚ ਛੱਡ ਕੇ ਭੱਜਣਾ ਪੈਂਦਾ ਕਿ ਨਹੀਂ? ਵੀ ਕੰਮ ਕਰ ਲਈਏ ਪਹਿਲਾਂ, ਰੋਟੀ ਇੱਥੇ ਛੱਡ ਦਾਂਗੇ, ਰੋਟੀ ਬਾਅਦ 'ਚ ਵੀ ਖਾ ਲਾਂਗੇ, ਕੋਈ ਗੱਲ ਨਹੀਂ। ਠੰਡੀਆਂ ਖਾ ਲਓ, ਗਰਮ ਖਾ ਲਓ, ਤਤੀਆਂ ਕਰਕੇ ਖਾਈ ਜਾਓ। ਕੀ ਨਹੀਂ ਕਰਾ ਰਿਹਾ ਪੈਸਾ ਸਾਡੇ ਕੋਲੋਂ? ਕਰਦੇ ਰੋਟੀ ਦੀ ਖਾਤਰ ਆ, ਪਰ ਜਦੋਂ ਰੋਟੀ ਖਾਣ ਲੱਗਦੇ ਆ ਫਿਰ ਕੋਈ ਕੰਮ ਪੈ ਜੇ ਛੱਡ ਕੇ ਸਾਰਾ ਕੁਝ, ਵੀ ਕੋਈ ਨਹੀਂ ਰੋਟੀ ਤੋਂ ਬਾਅਦ 'ਚ ਵੀ ਖਾ ਦੂ, ਜਾਓ ਰੋਟੀ ਕਿਤੇ ਭੱਜ ਚੱਲੀ। ਇਹ ਪ੍ਰੋਬਲਮ ਹੈ ਸਾਡੀ ਜ਼ਿੰਦਗੀ ਦੀ। ਕਿੱਥੇ ਚਲਾ ਗਿਆ ਸਾਡਾ ਪੇਸ਼ੈਂਸ ਇਸ ਪਾਸੇ ਤੋਂ? ਵੀ ਕਰਦੇ ਅਸੀਂ ਰੋਟੀ ਦੀ ਖਾਤਰ ਹੈ। ਰੋਟੀ ਵੇਖ ਲਓ ਸਾਡੀ ਕਿੱਦਾਂ ਦੀ ਹੈ ਸਾਰਿਆਂ ਦੀ। ਇਹ ਨਹੀਂ ਵੀ ਸਾਡੇ ਘਰ ਚੀਜ਼ਾਂ ਨਹੀਂ ਨੇ, ਬੜੀਆਂ ਵਧੀਆ ਰੋਟੀਆਂ ਨੇ, ਮਾਲਕ ਨੇ ਦਿੱਤਾ ਹੋਇਆ ਸਾਨੂੰ ਸਾਰਾ ਕੁਝ, ਪਰ ਸਾਡੀ ਜਿਹੜੀ ਖਾਣ ਦੀ ਆਦਤ ਹੈ ਨਾ, ਉਹ ਇੱਦਾਂ ਦੀ ਨਹੀਂ ਰਹਿ ਗਈ। ਰੋਟੀ ਨੂੰ ਫਿਰ ਵੀ ਅਸੀਂ ਸੈਕੰਡਰੀ ਕੀਤਾ ਹੋਇਆ ਹੈ। ਤੇ ਮਹਾਰਾਜ ਕਹਿੰਦੇ ਨੇ ਬਸ ਇੱਦਾਂ ਦੀ ਗੱਲ ਹੈ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਰ ਲਓ ਸਾਰਾ ਕੁਝ, ਪਰ ਕਿੰਨਾ ਕੁ ਚਿਰ ਕਰਦੇ ਰਵਾਂਗੇ? ਜਿੰਨਾ ਚਿਰ ਸਰੀਰ ਹੈ। ਤੇ ਸਰੀਰ ਦੇ ਉੱਤੇ ਦਾਅਵਾ ਕਿਹਦਾ ਹੈ? ਵੀ ਮੈਂ ਕਹਾਂ ਜੀ ਮੇਰਾ ਬੜਾ ਤਗੜਾ ਸਰੀਰ ਤੇ ਬਚਿਆ ਰਹੇਗਾ। ਮਹਾਰਾਜ ਕਹਿੰਦੇ ਜੇ ਕੋਸ਼ਿਸ਼ ਕਰਕੇ ਵੇਖ ਸਕਦੇ ਤੇ ਕੋਸ਼ਿਸ਼ ਕਰ ਲਓ, ਸਕੋ ਤਾਂ ਲਿਹੋ ਬਹੋਰ। ਪਰ ਕਹਿੰਦੇ ਇੱਕ ਚੀਜ਼ ਵੇਖਿਓ, ਜੇ ਸਾਨੂੰ ਵੀ ਇਹੋ ਹੀ ਲੱਗਦਾ ਨਾ ਵੀ ਸਾਡੇ ਮਾਂ ਪਿਓ ਦੇ ਕੋਲੋਂ ਘੱਟ ਕਮਾਇਆ ਗਿਆ ਤੇ ਅਸੀਂ ਜ਼ਿਆਦਾ ਕਮਾ ਕੇ ਦਿਖਾਵਾਂਗੇ ਉਹਨਾਂ ਨੂੰ। ਪਹਿਲੇ ਲੋਕ ਘੱਟ ਕਮਾਉਂਦੇ ਸੀ, ਅਸੀਂ ਇਹਦੇ ਤੋਂ ਵੱਧ ਕੰਮ ਕਰਾਂਗੇ। ਪਹਿਲੇ ਲੋਕ ਵਿਹਲੇ ਬੈਠੇ ਰਹਿੰਦੇ ਸੀ, ਅਸੀਂ ਨਹੀਂ ਵਿਹਲੇ ਬਹਿਣਾ, ਅਸੀਂ ਤਾਂ ਕਮਾਈ ਕਰਨੀ ਹੈ। ਪਹਿਲੇ ਲੋਕ ਜਿਹੜੇ ਸੀ ਉਹਨਾਂ ਨੂੰ ਸਮਝ ਨਹੀਂ ਸੀ, ਸਾਨੂੰ ਸਮਝ ਜ਼ਿਆਦਾ ਹੈ, ਅਸੀਂ ਫਿਰ ਇਸ ਕੰਮ ਨੂੰ ਕਰਾਂਗੇ। ਬਾਬਾ ਕਬੀਰ ਕਹਿੰਦੇ ਨੇ ਇਸ ਚੀਜ਼ ਨੂੰ ਚੇਤੇ ਰੱਖ ਕੇ ਕਮਾਈਆਂ ਕਰਿਓ। ਸਾਰਾ ਕੁਝ ਇਕੱਠਾ ਕੀਤਾ ਵਹਿੰਦਿਆਂ ਵਹਿੰਦਿਆਂ ਤੁਹਾਡੇ ਹੱਥੋਂ ਨਿਕਲੇਗਾ, ਵਹਿੰਦਿਆਂ ਵਹਿੰਦਿਆਂ। ਕੀ ਕਰ ਲਵਾਂਗੇ ਅਸੀਂ? ਮੈਂ ਇਹਨੂੰ ਇਸ ਪਾਸੇ ਤੋਂ ਨਾ ਸੋਚਣਾ, ਗੁਰੂ ਬਖਸ਼ਿਸ਼ ਕਰੇ, ਵੀ ਕਮਾਉਣਾ ਨਹੀਂ ਹੈ। ਲੋੜ ਹਰ ਇੱਕ ਦੀ ਹੈ। ਇਹ ਥੋੜ੍ਹਾ ਵੀ ਸਾਡੇ ਘਰ ਦੇ ਵਿੱਚ ਰੱਬ ਨਾ ਕਰੇ ਵੀ ਬੱਚਿਆਂ ਨੂੰ ਐਡਮਿਸ਼ਨ ਕਰਾਉਣੀ ਹੈ ਅੱਗੇ ਅਸੀਂ, ਤੇ ਬਾਅਦ 'ਚ ਲੋਕਾਂ ਦੇ ਕੋਲੋਂ ਪੈਸੇ ਮੰਗਦੇ ਫਿਰੀਏ ਵੀ ਲਿਆਓ ਜੀ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ ਤੇ ਤੁਸੀਂ ਪੈਸੇ ਦਿਓ। ਕੋਲ ਬਾਹਰੋਂ ਥੋੜ੍ਹਾ ਕੋਈ ਪੈਸੇ ਦੇਵੇਗਾ ਸਾਨੂੰ, ਲੋੜਾਂ ਨੇ ਨਾ। ਹੁਣ ਅਸੀਂ ਕਹੀਏ ਵੀ ਬੰਦੇ ਦੇ ਕੋਲ ਸ਼ਾਮਾਂ ਦੀ ਰੋਟੀ ਤੱਕ ਦਾ ਹੀ ਹੋਵੇ। ਫਕੀਰਾਂ ਦਾ ਸਰ ਸਕਦਾ ਹੈ ਇਸ ਕੰਮ ਦੇ ਵਿੱਚ, ਗ੍ਰਸਤੀਆਂ ਦਾ ਨਹੀਂ ਸਰਦਾ ਇੱਦਾਂ, ਘਰ ਵਾਲਿਆਂ ਦਾ ਨਹੀਂ ਸਰਦਾ ਹੁੰਦਾ ਇੱਦਾਂ। ਜਿਹਨੇ ਅੱਜ ਤੋਂ ਬਾਅਦ 'ਚ +2 ਦੇ ਬਾਅਦ 'ਚ ਬੱਚੇ ਨੂੰ ਕਿਸੇ ਵੱਡੇ ਕੰਮ ਦੇ ਵਿੱਚ ਪਾਉਣਾ, ਉਹਨੂੰ ਪਹਿਲਾਂ ਹੀ ਸੋਚਣਾ ਪੈਣਾ ਵੀ ਉਹਦੇ ਲਈ ਬੱਚਿਆਂ ਲਈ ਕਰਨਾ ਕੀ ਹੈ। ਤੇ ਜੇ ਉਹ ਫਕੀਰ ਹੀ ਬਣਿਆ ਰਿਹਾ ਤੇ ਫਿਰ ਤੇ ਠੀਕ ਹੈ, ਅਗਾਂਹ ਬੱਚੇ ਨੂੰ ਵੀ ਫਕੀਰ ਬਣਾ ਦੇ ਫਿਰ ਤੇ ਵਧੀਆ ਗੱਲ ਹੈ। ਪਰ ਜੇ ਗ੍ਰਹਿਸਤੀ ਬਣਨਾ ਤੇ ਫਿਰ ਗ੍ਰਹਿਸਤੀ ਵਾਲੀ ਸੋਚ ਤੇ ਇੱਦਾਂ ਹੀ ਚੱਲਦੀ ਹੈ ਵੀ ਕਿੱਦਾਂ ਅਸੀਂ ਆਪਣੇ ਆਪ ਨੂੰ ਰੱਖਣਾ, ਵੀ ਕਿਰਤ ਵੀ ਕਰਨੀ ਹੈ ਪਰ ਆਪਣੇ ਆਪ ਨੂੰ ਬਚਾ ਕੇ ਵੀ ਰੱਖਣਾ ਹੈ। ਗ੍ਰਹਿਸਤੀਆਂ ਦੀ ਗੱਡੀ ਇੱਦਾਂ ਨਹੀਂ ਚੱਲਦੀ ਵੀ ਕੋਈ ਨਹੀਂ ਸਵੇਰੇ ਆ ਸ਼ਾਮਾਂ ਨੂੰ ਨਾ ਸਹੀ ਰੱਬ ਦੇ ਦੇਵੇਗਾ। ਫਕੀਰਾਂ ਨੂੰ ਦੇ ਦਿੰਦਾ ਹੁੰਦਾ, ਕਿਉਂਕਿ ਉਹਨਾਂ ਨੂੰ ਬਹੁਤੀ ਵੱਡੀਆਂ ਮੰਗਾਂ ਨਹੀਂ ਹੁੰਦੀਆਂ। ਫਕੀਰਾਂ ਦੀ ਜ਼ਿੰਦਗੀ ਥੋੜ੍ਹੀ ਜਿਹੀ ਵੱਖਰੇ ਤਰੀਕੇ ਦੀ ਚੱਲਦੀ ਹੈ। ਪਰ ਜੇ ਅਸੀਂ ਆ ਤਾਂ ਸਾਨੂੰ ਮਾਲਕ ਨੇ ਇੱਦਾਂ ਦੇ ਬਣਾਇਆ ਵੀ ਆਪ ਉੱਠ ਕੇ ਤੇ ਕੰਮ ਕਰਨਾ ਪੈਣਾ। ਫਕੀਰ ਦੀ ਬੜੀ ਖੇਡ ਬਣਾ ਦਿੰਦਾ ਹੈ, ਕਿਉਂਕਿ ਉਹ ਥੋੜ੍ਹਾ ਜਿਹਾ ਆਸਰਾ ਉਹਨੂੰ ਉਹਦਾ ਹੋ ਜਾਂਦਾ, ਪਰ ਸਾਰਿਆਂ ਦੇ ਉੱਤੇ ਇਹ ਨਿਯਮ ਨਹੀਂ ਚੱਲਦਾ। ਹੁਣ ਮਹਾਰਾਜ ਕਹਿੰਦੇ ਨੇ ਜਿੰਨਾ ਮਰਜ਼ੀ ਤੁਸੀਂ ਇਸ ਪਾਸੇ ਤੋਂ ਕਮਾਈ ਕਰਕੇ ਵੇਖਿਓ, ਪਰ ਚੇਤੇ ਦੇ ਵਿੱਚੋਂ ਇਹ ਗੱਲ ਕਿਉਂ ਭੁੱਲ ਜਾਵੇ ਵੀ ਭਾਈ ਜਿੰਨਾ ਕੁਝ ਕਮਾ ਰਹੇ ਹਾਂ, ਸਾਡੀ ਇੱਕ ਵੀ ਚੀਜ਼ ਹੱਥ ਦੇ ਵਿੱਚ ਨਹੀਂ ਹੋਣੀ, ਇੱਕ ਵੀ ਚੀਜ਼ ਹੱਥ ਦੇ ਵਿੱਚ ਨਹੀਂ ਹੋਣੀ। ਮੈਂ ਇੱਕ ਬੇਨਤੀ ਕਰ ਦੇਵਾਂ, ਔਰ ਮੈਂ ਵਾਰ-ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ, ਦੁਨੀਆ ਦੌੜਦੀ ਪਈ ਹੈ ਇਸ ਪਾਸੇ। ਅੱਜ ਸਾਡੇ ਹੱਥ ਦੇ ਵਿੱਚ
ਅੱਜ ਕੱਲ੍ਹ ਇਹ ਹੈ ਨਾ ਵੀ ਸ਼ੋਅ ਆਫ ਦਾ ਟਾਈਮ ਹੈ, ਅਤੇ ਮੇਰੇ ਹੱਥ ਦੇ ਵਿੱਚ ਸਭ ਤੋਂ ਮਹਿੰਗਾ ਮੋਬਾਈਲ ਹੋਵੇ। ਅਤੇ ਮੈਂ ਕਹਿੰਦਾ ਵੀ ਕਿਸੇ ਦੇ ਕੋਲ ਚੰਗਾ ਮਹਿੰਗਾ ਮੋਬਾਈਲ ਵੀ ਹੋਵੇ ਨਾ, ਅਤੇ ਉਹਨੂੰ ਕਹਿ ਵੀ ਆਹ ਤੇਰਾ ਮੋਬਾਈਲ ਹੈ, ਸਾਰਾ ਦਿਨ ਉਹ ਹੱਥ 'ਚ ਫੜ ਛੱਡ। 2 ਘੰਟਿਆਂ ਬਾਅਦ ਹੱਥ ਪੀੜ ਕਰਨ ਲੱਗ ਪਵੇਗਾ ਵੀ ਛੱਡੋ ਪਰਾਂ, ਮੈਂ ਨਹੀਂ ਫੜ ਸਕਦਾ ਇਹਨੂੰ। 4 ਘੰਟਿਆਂ ਬਾਅਦ ਹੱਥ ਪੀੜ ਕਰਨ ਲੱਗ ਪਵੇਗਾ। ਉਹੀ ਚੀਜ਼, ਜਿਹੜੀ ਚੀਜ਼ ਏਡੀ ਵਧੀਆ ਲੱਗਦੀ ਹੈ, ਸਿਰ ਦਰਦ ਬਣ ਜਾਏਗੀ ਸਾਡੀ। ਔਰ ਇਹੋ ਹੀ ਹਾਲ ਮਾਇਆ ਦਾ ਹੈ। ਕਮਾਉਣਾ ਹੈ, ਪਰ ਸਿਰਫ ਇਸ ਤਰੀਕੇ ਦੇ ਨਾਲ ਕਮਾਉਣਾ ਹੈ ਵੀ ਇੱਕ ਦਾਇਰੇ ਦੇ ਵਿੱਚ ਇਹ ਰਹਿੰਦੀ ਹੈ, ਇਹ ਮੇਰੇ ਉੱਤੇ ਆ ਕੇ ਹਾਵੀ ਨਹੀਂ ਹੁੰਦੀ। ਬਾਬਾ ਕਬੀਰ ਕਹਿੰਦੇ ਇੱਥੇ ਪੈਸੇ ਦੀਆਂ ਮੈਂ ਦੁਨੀਆ ਦੇ ਵਿੱਚ ਹੋ ਕੇ ਦੁਨੀਆਦਾਰੀ ਬਣ ਗਿਆ, ਵੀ ਬਸ ਦੁਨੀਆਦਾਰੀ ਬਣ ਜਾਣਾ, ਵੀ ਨਹੀਂ ਜੀ ਪਾਠ ਕਰਨ ਦੀ ਕੀ ਲੋੜ ਹੈ, ਗੁਰਦੁਆਰੇ ਆਉਣ ਦੀ ਕੀ ਲੋੜ ਹੈ, ਸਾਰਾ ਕੰਮ ਤੇ ਸਾਡੇ ਕੋਲ ਤੇ ਕੰਮ ਦੇ ਵਿੱਚ ਵੇਲ ਨਹੀਂ ਹੈ। ਮਹਾਰਾਜ ਕਹਿੰਦੇ ਪਤਾ ਕੀ ਹੁੰਦਾ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਆਪਣੀ ਮਨ ਮਰਜ਼ੀ ਦੇ ਤਮਾਸ਼ੇ ਕਰਕੇ, ਵੀ ਜੋ ਮਨ ਨੇ ਇੱਛਾ ਕੀਤੀ ਸੀ ਤੇ ਉਹ ਕਰਾਂਗੇ। ਫਿਰ ਕੀ ਹੋ ਗਿਆ, ਹੋਏ ਭਸਮੜ ਭੌਰ ਸਿਧਾਇਆ। ਭਸਮ ਦੀ ਮੜੀ ਬਣ ਗਿਆ, ਸਵਾਈ ਬਣ ਜਾਂਦੇ ਨੇ ਸਾਰੇ, ਹੋਰ ਕੀ ਰਹਿ ਜਾਂਦਾ ਪਿੱਛੇ। ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਚੰਗਾ ਭਲਾ ਜਿਹੜਾ ਆਪਣੇ ਆਪ ਨੂੰ ਦੁਨੀਆਦਾਰ ਖਵਾਉਂਦਾ ਸੀ ਨਾ, ਵੀ ਮੇਰਾ ਓਨਾ ਖਲਾਰਾ, ਇੰਨੇ ਮੈਨੂੰ ਜਾਣਦੇ ਨੇ, ਮਹਾਰਾਜ ਕਹਿੰਦੇ ਐਦਾਂ ਅੱਗੇ ਤੋਰ ਲਿਆ ਜਾਂਦਾ ਜਿੱਦਾਂ ਕਿਸੇ ਜਾਨਵਰ ਦੇ ਗਲ ਦੇ ਵਿੱਚ ਸੰਗਲ ਪਾ ਕੇ ਖਿੱਚ ਲਿਆ ਜਾਂਦਾ ਨਾ। ਵੱਡਾ ਹੋਵਾ ਦੁਨੀਦਾਰ, ਵੱਡਾ ਹੋਵਾ ਦੁਨੀਦਾਰ ਦਾ ਮਤਲਬ ਅਸਲ ਦੇ ਵਿੱਚ ਇੱਦਾਂ ਹੁੰਦਾ, ਜਿੱਦਾਂ ਦੀਵਾ ਬੁਝਾਇਆ ਜਾਂਦਾ ਸੀ ਤੇ ਅਸੀਂ ਪਤਾ ਕੀ ਕਹਿੰਦੇ ਸੀ, ਵੀ ਦੀਵਾ ਵੱਡਾ ਕਰ ਦਿਓ। ਦੁਕਾਨ ਵਧਾਉਣੀ ਉਹਦਾ ਮਤਲਬ ਕੁਝ ਹੋਰ ਹੁੰਦਾ ਹੈ, ਪਰ ਅਸੀਂ ਕਹਿੰਦੇ ਹਾਂ ਵੀ ਦੁਕਾਨ ਵਧਾ ਦਿਓ। ਦਸਤਾਰ ਵਧਾਉਣੀ ਮਤਲਬ ਉਹਦਾ ਕੁਝ ਹੋਰ ਹੁੰਦਾ ਹੈ, ਪਰ ਉਹ ਅਸੀਂ ਉਹਨੂੰ ਪੋਜ਼ੀਟਿਵ ਅਰਥਾਂ ਦੇ ਵਿੱਚ ਕਰਦੇ ਹਾਂ। ਇੱਦਾਂ ਹੀ ਵੱਡਾ ਹੋਵਾ ਦੁਨੀਦਾਰ ਦਾ ਮਤਲਬ ਵੀ ਭਾਈ ਚੜ੍ਹਾਈ ਕਰ ਗਿਆ, ਇੰਨੇ ਖਿਲਾਰੇ ਸੀ, ਪਰ ਕੀ ਹੋਇਆ, ਗਲ ਸੰਗਲ ਘੱਤ ਚਲਾਇਆ। ਬਸ ਨਹੀਂ ਜੀ ਕਰਦਾ ਸੀ ਦੁਨੀਆ ਛੱਡਣ ਨੂੰ, ਵੀ ਲੈ ਅਜੇ ਤੇ ਆਹ ਕੁਝ ਤੇ ਮੇਰਾ ਰਹਿ ਹੀ ਗਿਆ, ਅਜੇ 2-4 ਸਾਲ ਹੋਰ ਮਿਲ ਜਾਂਦੇ ਤੇ ਫਿਰ ਮੈਂ ਆਹ ਕੁਝ ਕਰ ਲੈਂਦਾ, ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਬਸ ਖਿੱਚ ਲਿਆ ਜਾਂਦਾ ਵੀ ਤੁਰ, ਹੁਣ ਤੇਰੇ ਉੱਠਣ ਦਾ ਵੇਲਾ ਹੈ, ਹੁਣ ਤੂੰ ਕੁਝ ਨਹੀਂ ਕਰ ਸਕਦਾ ਇੱਥੇ। ਮਹਾਰਾਜ ਕਹਿੰਦੇ ਉਸ ਚੀਜ਼ ਨੂੰ ਸੋਚ ਕੇ ਵੇਖਿਓ ਵੀ ਜਦੋਂ ਅਸੀਂ ਸਾਰੀ ਜ਼ਿੰਦਗੀ ਕੰਮ ਹੀ ਕੰਮ ਨੂੰ ਸੋਚਿਆ ਹੈ, ਵੀ ਬਸ ਕੰਮ ਹੀ ਸਾਰਾ ਕੁਝ ਹੈ, ਕੰਮ ਕਰਦਿਆਂ ਭਾਵੇਂ ਸਾਡਾ ਚਮੜਾ ਵੀ ਪਰੇ ਚਲਾ ਜਾਵੇ, ਸਾਨੂੰ ਮਤਲਬ ਨਹੀਂ, ਬਿਮਾਰ ਹੋ ਜਾਈਏ, ਮੀਂਹ ਨਹੀਂ ਵੇਖਿਆ, ਹਨੇਰੀ ਨਹੀਂ ਵੇਖੀ, ਰੋਟੀ ਦੀ ਭੁੱਖ ਵੀ ਬਰਦਾਸ਼ਤ ਕੀਤੀ, ਸਾਰਾ ਇੰਨਾ ਖਪੇ ਕਾਹਦੇ ਲਈ, ਕੰਮ ਕਰ ਲਓ, ਕੰਮ ਕਰ ਲਓ, ਬਸ ਕੰਮ ਹੀ ਕਰੀ ਜਾਓ। ਤੇ ਕਹਿੰਦੇ ਅੰਤ ਨੂੰ ਸਾਡਾ ਬਣੇਗਾ ਕੀ, ਜਦੋਂ ਅਸੀਂ ਕੰਮ ਕਰਨ ਜੋਗੇ ਵੀ ਨਾ ਰਹੇ। ਕਈਆਂ ਨੂੰ ਤੇ ਜਿਉਂਦਿਆਂ ਜੀ ਸਾਰਾ ਕੁਝ ਵਿਖਾ ਦਿੰਦਾ ਰੱਬ, ਕਈਆਂ ਨੂੰ ਥੋੜ੍ਹਾ ਜਿਹਾ ਲੇਟ ਵਿਖਾਉਂਦਾ। ਉਹ ਕੀ ਹੈ ਵੀ ਅੰਤ ਨੂੰ ਕਹਿੰਦੇ ਤੁਸੀਂ ਵੇਖੋਗੇ ਨਾ, ਆਹ ਬੰਦਾ ਸਾਰੀ ਜ਼ਿੰਦਗੀ ਕੰਮ ਹੀ ਕੰਮ ਬਣਿਆ ਰਿਹਾ। ਅਤੇ ਮੈਂ ਅਕਸਰ ਕਹਿੰਦਾ ਹੁੰਦਾ ਇਹਨੂੰ, ਫਿਰ ਮੈਂ ਕਹਿ ਦੇਵਾਂ, ਇੱਕ ਵੇਲੇ ਸਿਰਫ ਇੱਕੋ ਪਾਸੇ ਦੀ ਗੱਲ ਕੀਤੀ ਜਾ ਰਹੀ ਹੁੰਦੀ ਹੈ। ਕੰਮ ਕਰਨਾ ਜ਼ਰੂਰੀ ਹੈ, ਪਰ ਬੰਦਾ ਕੰਮ ਹੀ ਬਣ ਜੇ, ਇਹ ਕਿੱਥੋਂ ਦੀ ਸਿਆਣਪ ਵੀ ਬਸ ਸਾਡੇ ਬਾਰੇ ਸਮਝ ਹੀ ਨਾ ਹੋਵੇ। ਦੁਕਾਨਾਂ 'ਚ ਹੀ ਲੋਕ ਜੰਮਦੇ ਨੇ, ਦੁਕਾਨਾਂ 'ਚ ਹੀ ਜਵਾਨ ਹੋ ਜਾਂਦੇ, ਦੁਕਾਨਾਂ 'ਚ ਹੀ ਬੁੱਢੇ ਹੋ ਕੇ ਖਤਮ ਹੋ ਜਾਂਦੇ ਨੇ। ਬਸ ਪੈਲੀਆਂ 'ਚ ਹੀ ਲੋਕ ਜੰਮਦੇ ਨੇ, ਪੈਲੀਆਂ 'ਚ ਹੀ ਕੰਮ ਕਰ ਕਰਕੇ ਪੈਲੀਆਂ 'ਚ ਹੀ ਖਤਮ ਹੋ ਜਾਂਦੇ ਨੇ, ਪੈਲੀਆਂ ਤੋਂ ਉੱਤੇ ਸੋਚ ਹੀ ਨਹੀਂ ਪਾਉਂਦੇ। ਇਹ ਸਾਡੇ ਹਾਲ ਨੇ। ਇਹ ਨਹੀਂ ਵੀ ਕੰਮ ਕਰਨਾ ਨਹੀਂ ਹੈ, ਪਰ ਤੁਸੀਂ ਇਸ ਚੀਜ਼ ਨੂੰ ਸੋਚ ਕੇ ਵੀ ਤੇ ਵੇਖੋ ਨਾ ਵੀ ਜ਼ਿੰਦਗੀ 'ਚ ਬਸ ਇਹੋ ਕੁਝ ਹੀ ਕਰਨਾ ਹੈ। ਅਤੇ ਮੈਨੂੰ ਮਾਫ਼ ਕਰ ਦਿਓ, ਬੜੇ ਸਖਤ ਜਿਹੇ ਸ਼ਬਦ ਮਹਾਰਾਜ ਨੇ ਵਰਤੇ ਜੇ, ਕਹਿੰਦੇ ਸਾਡੀ ਜ਼ਿੰਦਗੀ ਪਤਾ ਕਿੱਦਾਂ ਦੀ ਹੋ ਗਈ ਹੈ। ਮੈਂ ਫਿਰ ਮੈਨੂੰ ਬੁਰਾ ਨਾ ਮਨਾਇਓ, ਜਿੱਦਾਂ ਇੱਕ ਭਾਰ ਢੋਣ ਵਾਲੇ ਜਾਨਵਰ ਹੁੰਦੇ ਨੇ ਨਾ, ਮਹਾਰਾਜ ਕਹਿੰਦੇ ਬਸ ਇੱਦਾਂ ਦੇ ਹੋ ਗਏ ਆ। ਕੀ ਅਸੀਂ ਇਹਦੇ ਤੋਂ ਵੱਧ ਕਿੰਨਾ ਭਾਰ ਢੋ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਉਹ ਫਲਾਣੇ ਦਾ ਭਾਰ ਢੋ ਲਈਏ, ਉਹਦਾ ਭਾਰ ਢੋ ਲਈਏ, ਜੈਸੇ ਭਾਰ ਬਾਹਕ ਖੋਤ। ਇੱਕ ਪੰਕਤੀ ਹੈ ਇੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਦੋਂ ਉਹ ਤੋਂ ਪਤਾ ਨਾ ਵੀ ਅੱਜ ਉਹਦੇ ਘਰ ਦਾ ਸਮਾਨ ਲਾ ਕੇ ਆਉਣਾ, ਉਹ ਪਹਿਲਾਂ, ਹੁਣ ਤਾਂ ਚਲੋ ਆ ਗਈਆਂ ਨੇ ਰੇਹੜੀਆਂ ਆ ਗਈਆਂ ਨੇ ਅਤੇ ਸੌਖਾ ਆ ਜਾਂਦਾ। ਪਹਿਲਾਂ ਤੁਸੀਂ ਵੀ ਵੇਖਿਆ ਹੋਵੇਗਾ ਉਹਨਾਂ ਨੇ ਉਹ ਗਧਿਆਂ ਦੇ ਉੱਤੇ ਛੱਟ ਪਾਈ ਹੁੰਦੀ ਸੀ ਵੀ ਅੱਜ ਉਹਦੇ ਘਰ ਚਿੱਟਾਂ ਲਾ ਕੇ ਆਉਣੀ, ਉਹਦੇ ਘਰ ਮਿੱਟੀ ਲਾ ਕੇ ਆਉਣੀ, ਉਹਦੇ ਘਰ ਸਮਾਨ ਲਾ ਕੇ ਆਉਣਾ, ਅਤੇ ਉਹਨੇ 8-10 ਗਧੇ ਰੱਖੇ ਹੁੰਦੇ ਸੀ। ਉਹ ਫਿਰ ਜਾਣਾ, ਉਹਨੇ ਉਹ ਸਮਾਨ ਲਾ ਕੇ ਆਉਣਾ। ਕਈਆਂ ਥਾਵਾਂ 'ਤੇ ਅਜੇ ਵੀ ਹੈ। ਬਸ ਕਹਿੰਦੇ ਵੀ ਜਿੱਦਾਂ ਉਹ ਭਾਰ ਢੋਂਦੇ ਰਹਿੰਦੇ ਨੇ ਨਾ, ਅਸੀਂ ਵੀ ਭਾਰ ਹੀ ਢੋਂਦੇ ਰਹਿੰਦੇ ਆ, ਕੰਮ ਦੇ ਵਿੱਚ ਕੰਮ ਹੋ ਕੇ ਤੇ ਖਤਮ ਹੀ ਹੋ ਜਾਂਦੇ ਆ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ 'ਚ ਕਰਨ ਕੀ ਆਏ ਸੀ, ਵੀ ਅਸੀਂ ਬਸ ਕੰਮ ਹੀ ਹੋਣ ਆਏ ਸੀ ਜ਼ਿੰਦਗੀ ਦੇ ਵਿੱਚ, ਕੰਮ ਦੇ ਨਾਲ ਕੰਮ ਹੋ ਕੇ ਖਤਮ ਹੋ ਗਿਆ, ਅਤੇ ਕੀ ਹੋ ਗਿਆ। ਅਤੇ ਬਾਬਾ ਕਬੀਰ ਕਹਿੰਦੇ ਚਲੋ 4 ਕਮਾ ਵੀ ਲਏ ਨੇ, ਤੁਸੀਂ ਧਿਆਨ ਦੇ ਨਾਲ ਇਸ ਗੱਲ ਨੂੰ ਵੀ ਤਾਂ ਵੇਖੋ ਨਾ। ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਸਾਡੀ ਤੇ ਗਿਣਤੀ ਨਹੀਂ ਕਿਸੇ ਪਾਸੇ, ਕਹਿੰਦੇ ਲੱਖਾਂ ਕਰੋੜਾਂ ਵਾਲਿਆਂ ਦਾ ਹਾਲ ਵੇਖ ਲਓ, ਉਹਨਾਂ ਦਾ ਕੀ ਬਣ ਰਿਹਾ। ਉਹ ਵੀ ਨੰਗੇ ਪੈਰਾਂ ਦੇ ਨਾਲ ਹੀ ਤੁਰ ਪਏ। ਆਪ ਜੀ ਨੇ ਕਦੀ ਵੇਖਿਆ ਹੋਵੇ ਵੀ ਜਦੋਂ ਅਸੀਂ ਨਖਰੇ ਕਰਦੇ ਹਾਂ ਜਿਉਂਦਿਆਂ ਜੀ, ਵੀ ਆਹ ਨਹੀਂ ਜੁੱਤੀ ਪਸੰਦ ਅਤੇ ਉਹ ਜੁੱਤੀ ਨਹੀਂ ਪਸੰਦ ਮੈਨੂੰ, ਅਤੇ ਫਿਰ ਕੀ ਹੁੰਦਾ, ਇੱਕ ਟਾਈਮ ਇੱਦਾਂ ਦਾ ਆਉਂਦਾ
ਚਲੋ ਕੱਪੜੇ ਤੇ ਪਾ ਦਿੱਤੇ ਜਾਂਦੇ ਨੇ, ਜੁੱਤੀ ਕੌਣ ਪਾਉਂਦਾ? ਕਦੀ ਮੁਰਦੇ ਨੂੰ ਜੁੱਤੀ ਪਾ ਕੇ ਵੇਖੀ ਹੋਵੇ ਕਿਸੇ ਨੇ ਵੀ ਇਹਨੂੰ ਜੁੱਤੀ ਵੀ ਪਾ ਦਿਓ ਜਾਣ ਲੱਗਿਆ? ਲੋਕੀ ਬਾਅਦ 'ਚ ਤੇ ਚੜਾਉਂਦੇ ਨੇ ਵੀ ਉਹਦੀ ਯਾਦ ਦੇ ਵਿੱਚ ਜੁੱਤੀ ਦੇ ਦਿਓ, ਭਾਵੇਂ ਗੁਰਦੁਆਰੇ ਦੇ ਦੇਣ ਭਾਵੇਂ ਮੰਦਿਰ 'ਚ ਦੇ ਦੇਣ। ਉਦੋਂ ਕਿੱਥੇ ਪਹੁੰਚਦੀ ਹੈ? ਤੇ ਜੇ ਪਹੁੰਚਦੀ ਹੁੰਦੀ ਤਾਂ ਫਿਰ ਉਹਦੇ ਨਾਲ ਹੀ ਸਾੜ ਦਿਓ, ਸ਼ਾਇਦ ਕਿਤੇ ਪਹੁੰਚ ਹੀ ਜਾਵੇ। ਕਿੰਨਿਆਂ ਨੇ ਇਦਾਂ ਕੁਝ ਕੀਤਾ, ਕੀ ਮਿਲਿਆ? ਮਹਾਰਾਜ ਕਹਿੰਦੇ ਵੇਖੋ, ਸਾਰੀ ਜ਼ਿੰਦਗੀ ਨਖਰੇ ਕਰਦੇ ਰਹੇ, ਉਹ ਨਹੀਂ ਕਰਨਾ, ਆਹ ਨਹੀਂ ਕਰਨਾ, ਮੇਰੇ ਕੋਲ ਵੇਲ ਨਹੀਂ ਹੈਗਾ, ਮੇਰੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ, ਮੇਰੇ ਕੋਲ ਉਹ ਕਰਨ ਦਾ ਟਾਈਮ ਨਹੀਂ, ਕੰਮ ਹੀ ਕੰਮ, ਕੰਮ ਹੀ ਕੰਮ। ਕੀ ਬਣਿਆ ਸਾਡਾ? ਮਹਾਰਾਜ ਕਹਿੰਦੇ ਪਹਿਲੀ ਗੱਲ ਤੇ ਭਾਈ ਸੰਭਾਲ ਲਓ, ਸਰੀਰ ਤੁਹਾਡੇ ਹੱਥੋਂ ਨਿਕਲ ਜਾਣਾ ਜੇ, ਇਹ ਨਹੀਂ ਜੇ ਵਾਪਸ ਆਉਣਾ। ਬਾਕੀ ਤਾਂ ਬੜਾ ਕੁਝ ਵਾਪਸ ਆਉਂਦਾ, ਸਰੀਰ ਹੀ ਚਲਾ ਗਿਆ ਤਾਂ ਸਾਡੇ ਪੱਲੇ ਕੀ ਰਹਿ ਗਿਆ? ਮਹਾਰਾਜ ਕਹਿ ਰਹੇ ਨੇ ਕਬੀਰ, ਇਹ ਤਨ ਜਾਏਗਾ ਭਾਈ, ਆਪਣੇ ਸਰੀਰ ਵੱਲ ਵੇਖ, ਨਿਕਲ ਜਾਣਾ ਤੇਰੇ ਹੱਥੋਂ। ਔਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ, ਡਾਕਟਰਾਂ ਦੇ ਹੁੰਦਿਆਂ ਤੇਰੇ ਹੱਥ ਦੇ ਵਿੱਚ ਨਹੀਂ ਰਹੇਗਾ, ਕੀ ਕਰ ਲਵਾਂਗੇ? ਜੇ ਡਾਕਟਰਾਂ ਦੇ ਹੱਥ ਦੇ ਵਿੱਚ ਸਭ ਕੁਝ ਹੋਵੇ ਤਾਂ ਡਾਕਟਰ ਤਾਂ ਫਿਰ ਜਾਣ ਹੀ ਨਾ ਵਿਚਾਰੇ, ਉਹਨਾਂ ਨਾਲ ਉਹ ਵਿਚਾਰੇ ਉਹਨਾਂ ਨਾਲ ਵੀ ਉਹੀ ਕੁਝ ਵਾਪਰਦਾ ਪਿਆ। ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਹੋ ਬਹੋਰ, ਕਰ ਲਓ ਕੋਸ਼ਿਸ਼। ਮੈਂ ਤੇ ਅਕਸਰ ਕਹਿਣਾ ਹੁੰਦਾ, ਦੁਨੀਆ ਨੂੰ ਨਾ ਦੌੜ ਲੱਗੀ ਹੋਈ ਹੈ ਵੀ ਹਾਏ ਮੈਂ ਕਿਤੇ ਬਜ਼ੁਰਗ ਨਾ ਦਿਸ ਪਵਾਂ, ਮੈਂ ਕਿਤੇ ਵੱਡਾ ਨਾ ਦਿਸ ਪਵਾਂ। ਕਿਉਂ? ਵੱਡਾ ਹੋਵਾਂਗਾ ਤਾਂ ਲੋਕੀ ਕਹਿਣਗੇ ਵੀ ਕਰ ਲੈ ਤਿਆਰੀ, ਤੇਰਾ ਅਗਲਾ ਟਾਈਮ ਆ ਚੱਲਿਆ। ਤੇ ਇਸ ਕਰਕੇ ਮੈਂ ਲੁਕਦਾ ਪਿਆ ਵੀ ਨਹੀਂ, ਅਜੇ ਤੇ ਬੜੇ ਸਾਲ ਪਏ ਨੇ। ਕੀ ਕਰਦੇ ਪਏ ਆ? ਵੇਖ ਲਓ ਲੋਕਾਂ ਦੀ ਦੌੜ। ਲੋਕੀ ਖਰੀਦਦੇ ਕਿਹੜੀਆਂ ਚੀਜ਼ਾਂ ਨੂੰ ਪਏ ਨੇ ਮਾਰਕੀਟ ਦੇ ਵਿੱਚ? ਦੋ ਚੀਜ਼ਾਂ ਸਭ ਤੋਂ ਜ਼ਿਆਦਾ ਚੱਲਦੀਆਂ ਪਈਆਂ ਨੇ, ਫੈਸ਼ਨ ਵਾਲੀਆਂ ਤੇ ਖਾਣ ਵਾਲੀਆਂ। ਇਹ ਕਿਤੇ ਨਹੀਂ ਮੁੱਕਦੀਆਂ ਪਈਆਂ, ਕਿਤੇ ਨਹੀਂ ਮੁੱਕਦਾ ਪਿਆ। ਚਲੋ ਮਾਰਕੀਟ ਦਾ ਰੂਲ ਹੈ, ਚੱਲਦਾ ਹੈ, ਆਪਾਂ ਨੂੰ ਉਹਦੇ ਨਾਲ ਮਤਲਬ ਨਹੀਂ। ਪਰ ਤੁਸੀਂ ਵੇਖੋ ਲੋਕਾਂ ਦੀ ਮੈਂਟੈਲਿਟੀ, ਆਹ ਕਰੀਮ ਲਾਓ ਤੁਸੀਂ 10 ਸਾਲ ਜਵਾਨ ਲੱਗੋਗੇ, ਲੱਗੀ ਜਾਓ। ਜਵਾਨਾਂ ਦੇ ਨਾਲ ਕਦੀ ਵਾਪਰਦਾ ਨਹੀਂ ਕੁਝ। ਦਾਤਾਰ ਇਸ ਕਰਕੇ ਕਹਿੰਦੇ ਨੇ ਭਾਈ ਸਾਰੀ ਜ਼ਿੰਦਗੀ ਕੰਮ ਦੇ ਵਿੱਚ ਕੰਮ ਵੀ ਹੋ ਜਾਵੋਗੇ ਨਾ, ਇਹ ਵੈਸੇ ਬੜੇ ਅੱਗੇ ਲੈਵਲ ਦੀ ਗੱਲ ਹੈ, ਆਲਸੀਆਂ ਵਾਲੀ ਕਥਾ ਨਹੀਂ ਹੈ। ਇਹ ਆਲਸੀਆਂ ਦਾ ਕੰਮ ਨਹੀਂ ਵੀ ਆਲਸੀ ਕਵੇ ਵੀ ਲੈ ਕੰਮ ਕਰਕੇ ਕੀ ਕਰਨਾ, ਨਹੀਂ। ਇਹ ਉਹਨਾਂ ਲਈ ਹੈ ਜਿਹੜੇ ਕੰਮ ਕਰਦੇ ਹੀ ਰਹਿੰਦੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਕਰਨਾ ਹੈ। ਪਹਿਲੀ ਗੱਲ ਕਿਰਤ ਤੇ ਕਰਨੀ ਹੈ। ਇਹ ਆਲਸੀ ਜਿਹੜੇ ਬਣ ਗਏ ਨੇ ਉਹਨਾਂ ਲਈ ਇਹ ਕਥਾ ਨਹੀਂ ਹੈ ਵੀ ਆਲਸੀ ਕਹਿਣ ਵੀ ਲੈ ਮਹਾਰਾਜ ਕਹਿੰਦੇ ਵੀ ਛੱਡੋ ਪਰ ਕੰਮ ਕਰਕੇ ਕਰਨਾ ਕੀ ਹੈ। ਨਹੀਂ, ਕੰਮ ਕਰਨਾ ਹੈ, ਪਰ ਸਿਰਫ ਕੰਮ ਹੀ ਨਹੀਂ ਬਣ ਜਾਣਾ ਜ਼ਿੰਦਗੀ ਦੇ ਵਿੱਚ। ਜ਼ਿੰਦਗੀ ਇਹਦੇ ਤੋਂ ਅੱਗੇ ਵੀ ਕੁਝ ਹੈ। ਮਹਾਰਾਜ ਕਹਿੰਦੇ ਤੁਸੀਂ ਕੰਮ ਕਰੀ ਜਾਓਗੇ ਨਾ, ਵੀ ਕੰਮ ਦੇ ਵਿੱਚ ਕੰਮ ਹੀ ਬਣ ਗਏ ਤੇ ਕੀ ਹੋਵੇਗਾ? ਇਸ ਗੱਲ ਨੂੰ ਸੋਚ ਕੇ ਵੇਖਿਓ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ, ਜਿਨ੍ਹਾਂ ਦੇ ਲੱਖਾਂ ਕਰੋੜਾਂ ਸੀ ਨਾ, ਉਹ ਵੀ ਨੰਗੇ ਪੈਰੀਂ ਚਲੇ ਗਏ। ਕੰਮ ਦੇ ਵਿੱਚ ਕੰਮ ਬਣੇ ਰਹੇ ਸਾਰੀ ਜ਼ਿੰਦਗੀ, ਸਿਰਫ ਰਾਖੀ ਕੀਤੀ ਹੈ, ਇਹਦੇ ਤੋਂ ਵੱਧ ਉਹਨਾਂ ਨੇ ਕੁਝ ਨਹੀਂ ਕੀਤਾ। ਫਿਰ ਅਗਲੀ ਗੱਲ, ਬਾਬਾ ਕਬੀਰ ਨੂੰ ਪੁੱਛਿਆ ਵੀ ਮਹਾਰਾਜ ਕਰਨਾ ਕੀ ਚਾਹੀਦਾ ਹੈ? ਫਿਰ ਕੰਮ ਹੀ ਨਾ ਬਣਦੀ ਹੈ ਕਿਤੇ। ਕਬੀਰ ਸਾਹਿਬ ਕਹਿੰਦੇ ਕਬੀਰ ਇਹ ਤਨ ਜਾਏਗਾ, ਕਵਨੈ ਮਾਰਗ ਲਾਏ। ਇਹਨੂੰ ਕਿਸੇ ਪਾਸੇ ਲਾ ਲੈ, ਆ ਜਿਹੜਾ ਸਰੀਰ ਹੈ ਨਾ ਇਹਨੂੰ ਕਿਸੇ ਪਾਸੇ ਲਾ ਲੈ। ਇਹ ਹੁਣ ਤੇਰੇ ਹੱਥ ਦੇ ਵਿੱਚ ਹੈ, ਬਾਅਦ 'ਚ ਨਾ ਤਾਂ ਤੇਰੇ ਲਈ ਲੱਖਾਂ ਪਾਠ ਹੋਈ ਜਾਣ, ਤੈਨੂੰ ਉਹਦੇ ਨਾਲ ਕੀ ਮਤਲਬ ਹੈ? ਕਰਾਈ ਜਾਓ ਇਹ ਦੁਨੀਆ ਪਾਠ, ਪਾਠਾਂ ਨਾਲ ਕੀ ਹੁੰਦਾ? ਵੀ ਮੈਂ ਕਹਾਂ ਜੀ ਮੇਰੇ ਲਈ ਪਾਠ ਪਿੱਛੋਂ ਕਰਿਓ, ਪਿੱਛੋਂ ਕਾਹਦੇ ਲਈ ਕਰਾਉਣ? ਇੱਥੇ ਮੈਂ ਕੀ ਕਰਕੇ ਗਿਆ ਆਪਣੇ ਲਈ? ਹਜ਼ੂਰ ਕਹਿੰਦੇ ਨੇ ਕਬੀਰ ਇਹ ਤਨ ਜਾਏਗਾ, ਕਵਨੈ ਮਾਰਗ ਲਾਏ। ਉਹ ਭਾਈ ਇਹ ਤੇਰੀ ਮਰਜ਼ੀ ਆ ਵੀ ਇਹਨੂੰ ਕਿਹੜੇ ਰਸਤੇ ਦੇ ਉੱਤੇ ਤੂੰ ਲਾਉਣਾ ਹੈ। ਖਤਮ ਤੇ ਹੋ ਹੀ ਜਾਵੇਗਾ, ਸਾਧੂ ਹੋਵੇ ਚੋਰ ਹੋਵੇ, ਕੌਣ ਨਹੀਂ ਖਤਮ ਹੁੰਦਾ ਇਸ ਦੁਨੀਆ ਦੇ ਵਿੱਚ? ਸਾਰੇ ਖਤਮ ਹੁੰਦੇ ਨੇ, ਚੰਗਾ ਹੋਵੇ ਮਾੜਾ ਹੋਵੇ, ਸਾਰੇ ਤੇ ਖਤਮ ਹੋਣਗੇ ਹੀ ਹੋਣਗੇ। ਕਹਿੰਦੇ ਇਹਨੂੰ ਕਿਸੇ ਰਸਤੇ ਦੇ ਉੱਤੇ ਲਾ ਲੈ। ਤੇ ਮਹਾਰਾਜ ਨੂੰ ਪੁੱਛਿਆ ਵੀ ਰਸਤਾ ਕਿਹੜਾ ਹੈ? ਕਹਿੰਦੇ ਦੋ ਹੀ ਰਸਤੇ ਨੇ ਤੇ ਦੋਵਾਂ ਤੇ ਤੈਨੂੰ ਚੱਲਣਾ ਪੈਣਾ। ਦੋ ਰਸਤੇ ਦਾ ਮਤਲਬ ਇਹ ਨਹੀਂ ਹੈ ਵੀ ਇਹ ਦੋਹਰੇ ਰਸਤੇ ਨੇ। ਦੋ ਰਸਤਿਆਂ ਦਾ ਮਤਲਬ ਇਹ ਨਹੀਂ ਹੈ ਵੀ ਜਿੱਦਾਂ ਇੱਕ ਰਸਤਾ ਹੋਰ ਹੈ ਤੇ ਇੱਕ ਰਸਤਾ ਹੋਰ ਹੈ। ਕੈ ਸੰਗਤ ਕਰ ਸਾਧਕੀ, ਕੈ ਹਰ ਕੇ ਗੁਣ ਗਾਏ। ਇਹਦਾ ਮਤਲਬ ਇਹ ਹੈ ਵੀ ਭਾਈ ਸੰਗਤ ਜਾਵਾਂਗੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਵਾਂਗੇ। ਇੱਦਾਂ ਥੋੜ੍ਹਾ ਹੋ ਜਾਂਦਾ। ਇਹਨੇ ਤੁਹਾਨੂੰ ਤੇਰੇ ਉੱਤੇ ਡਿਪੈਂਡ ਕਰਦਾ ਹੈ ਵੀ ਤੂੰ ਕੰਮ ਦਾ ਕੀੜਾ ਬਣ ਕੇ ਰਹਿਣਾ ਸਾਰੀ ਜ਼ਿੰਦਗੀ, ਕਿ ਇਹਦੇ ਤੋਂ ਥੋੜ੍ਹਾ ਜਿਹਾ ਨਿਕਲ ਕੇ ਬਾਹਰ ਦੀ ਦੁਨੀਆ ਵੀ ਵੇਖਣੀ ਹੈ। ਮੈਨੂੰ ਮਾਫ਼ ਕਰਿਓ, ਮੈਂ ਫਿਰ ਕਹਿ ਦੇਵਾਂ, ਜਿੱਦਾਂ ਆਪਾਂ ਵੇਖਿਆ ਹੋਵੇਗਾ ਨਾ ਪੁਰਾਣੇ ਜੀਵਨ ਦੇ ਵਿੱਚ ਥੋੜ੍ਹਾ ਜਿਹਾ, ਉਹ ਕਹਿੰਦੇ ਸੀ ਵੀ ਇੱਕ ਵਾਰ ਨਾ ਖੂਹ ਦੇ ਵਿੱਚ ਡੱਡੂ ਡਿੱਗ ਪਿਆ ਅਤੇ ਉਹਨੂੰ ਬਾਹਰ ਨਾ, ਡੱਡੂ ਸਮਝਦੇ ਹੋਗੇ ਪੰਜਾਬੀ ਸਾਰੇ ਵੈਸੇ ਬੈਠੇ ਹਾਂ ਜੀ, ਉਹ ਵੀਰ ਜੀ ਬੈਠੇ ਨੇ, ਮੈਨੂੰ ਇੱਕ ਦਿਨ ਕਹਿੰਦੇ ਵੀ ਤੁਸੀਂ ਬੋਲਤੇ ਜਾਂਦੇ ਜੇ, ਬਾਅਦ 'ਚ ਪੰਗਾ ਪੈ ਜਾਂਦਾ ਵੀ ਪਤਾ ਨਹੀਂ ਲੱਗਦਾ ਵੀ ਪੰਜਾਬੀ ਦਾ ਕੋਈ ਇਹੋ ਜਿਹਾ ਲਫ਼ਜ਼ ਬੋਲ ਜਾਂਦੇ ਨੇ। ਉਹ ਕੀ ਹੋਇਆ ਵੀ ਖੂਹ ਦੇ ਵਿੱਚ ਡਿੱਗ ਪਿਆ ਅਤੇ ਜਿਹੜਾ ਹੁਣ ਉਹਨੇ ਉੱਥੇ ਹੀ ਕਈ ਸਾਲ, ਜਿਹੜੀ ਉਹਦੀ ਜ਼ਿੰਦਗੀ ਸੀ 2-4 ਸਾਲ, ਕਿਤੇ ਪਤਾ ਨਹੀਂ ਕਿੰਨੀ ਜ਼ਿੰਦਗੀ ਸੀ ਉਹਨੇ ਉੱਥੇ ਕੱਢੀ। ਅਤੇ ਉੱਤੋਂ ਇੱਕ ਡੱਡੂ ਆਇਆ ਖੂਹ ਤੋਂ ਬਾਹਰੋਂ ਵੇਖਦਾ ਪਿਆ, ਕਹਿੰਦਾ ਵੀ ਬਾਹਰ ਆ ਜਾ, ਬੜੀ ਦੁਨੀਆ ਹੀ ਬਾਹਰ। ਉਹ ਕਹਿੰਦੇ ਵੀ ਛਾਲ ਮਾਰ ਕੇ ਕਹਿੰਦਾ ਵੀ ਇੰਨੀ ਕੁ ਹੋਵੇਗੀ। ਫਿਰ ਕਹਿੰਦਾ ਨਹੀਂ ਨਹੀਂ, ਇਹਦੇ ਤੋਂ ਵੀ ਉੱਤੇ ਬੜੀ ਦੁਨੀਆ ਹੈ।
ਫਿਰ ਉਹਨੇ ਹੋਰ ਜ਼ੋਰ ਦੀ ਛਾਲ ਮਾਰੀ, ਖੂਹ ਦੀ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਪਹੁੰਚ ਗਿਆ। ਵੇਖਿਆ ਹੋਵੇਗਾ ਨਾ ਖੂਹ ਤੁਸੀਂ, ਇਹ ਤਾਂ ਐਡੀ ਕੁ ਹੋਵੇਗੀ, ਇਹਦੇ ਤੋਂ ਵੱਧ ਤਾਂ ਮੈਂ ਮੰਨਦਾ ਹੀ ਨਹੀਂ ਵੀ ਦੁਨੀਆ ਹੋ ਸਕਦੀ ਹੈ। ਜਿਹੜਾ ਖੂਹ ਵਾਲਾ ਹੈ ਉਹਨੂੰ ਖੂਹ ਹੀ ਸਾਰਾ ਕੁਝ ਦਿਸਦਾ, ਵੀ ਖੂਹ ਹੀ ਸਾਰਾ ਕੁਝ ਹੈ, ਇਹਦੇ ਤੋਂ ਉੱਤੇ ਦੁਨੀਆ ਹੈ ਹੀ ਨਹੀਂ। ਮੈਂ ਇਸ ਕਰਕੇ ਕਹਿੰਦਾ ਹਾਂ, ਜਦੋਂ ਅਸੀਂ ਆਪਣੇ ਕੰਮ ਦੇ ਦੁਆਲੇ ਘੁੰਮਦੇ ਫਿਰਦੇ ਹਾਂ ਨਾ, ਸਾਡੇ ਲਈ ਪਤਾ ਕੀ ਬਣ ਗਿਆ ਹੈ? ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਤੁਸੀਂ ਇੱਕ ਦ੍ਰਿਸ਼ ਵੇਖਿਆ ਹੋਵੇਗਾ, ਜਿਹੜੀ ਬੇੜੀ ਹੁੰਦੀ ਹੈ ਨਾ, ਉਹਦੀ ਇੱਕ ਤੇ ਹੁੰਦਾ ਵੀ ਭਾਰ ਘੱਟ ਹੋਵੇ ਤੇ ਉਨੀ ਸੌਖੀ ਰਹਿੰਦੀ ਹੈ, ਤੇ ਜੇ ਕਿਤੇ ਬੇੜੀ ਵਰਲਪੂਲ 'ਚ ਫਸ ਜਾਵੇ ਫਿਰ ਉੱਥੇ ਘੁੰਮਦੀ ਰਹਿੰਦੀ ਹੈ, ਫਿਰ ਨਹੀਂ ਪਾਰ ਲੱਗਦੀ। ਹੁਣ ਮਹਾਰਾਜ ਕਹਿੰਦੇ ਵੀ ਇੱਦਾਂ ਦੀ ਗੱਲ ਹੋ ਗਈ ਹੈ ਵੀ ਇੱਕ ਤੇ ਬੰਦੇ ਨੇ ਬੇੜੀ 'ਚ ਪੱਥਰ ਲੱਦ ਲਏ ਹੋਣ ਤੇ ਇੱਕ ਪੈ ਵਰਲਪੂਲ ਦੇ ਵਿੱਚ ਜਾਵੇ, ਫਿਰ ਅੱਗੇ ਨੂੰ ਨਹੀਂ ਜਾਂਦੀ, ਫਿਰ ਉੱਥੋਂ ਹੀ ਠਾਹ ਨੂੰ ਜਾਂਦੀ ਹੈ। ਸਾਡੇ ਨਾਲ ਆਹ ਹੋ ਗਿਆ। ਘਰ ਘੁੰਮਣ ਵਾਣੀ ਭਾਈ, ਸਾਡੇ ਲਈ ਘਰ ਹੀ ਘੁੰਮਣ ਘੇਰੀ ਬਣ ਗਏ ਨੇ। ਘਰ ਦਾ ਦਾਇਰਾ ਥੋੜ੍ਹਾ ਜਿਹਾ ਵੱਡਾ ਹੋ ਸਕਦਾ ਹੈ, ਵੀ ਘਰ ਦਾ ਦਾਇਰਾ ਆਫਿਸ ਤੱਕ ਹੋ ਗਿਆ ਹੈ, ਆ ਕਥਾ ਕਹਾਣੀਆਂ ਵੀ ਘਰ ਦਾ ਦਾਇਰਾ ਹੀ ਆ ਜਾਂਦਾ ਹੈ, ਸਾਡਾ ਵੀ ਸਾਰਾ ਕੁਝ ਦੇ ਵਿੱਚ ਹੀ, ਕੋਈ ਬਾਹਰ ਨਹੀਂ ਹੈਗੇ ਅਸੀਂ, ਜਦੋਂ ਇਹੋ ਚੀਜ਼ ਚੱਲਦੀ ਪਈ ਹੈ। ਮਹਾਰਾਜ ਕਹਿੰਦੇ ਨੇ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਉਹ ਜਿੱਦਾਂ ਇੱਕ ਕੀੜਾ ਬਸ ਉਸੇ ਹੀ ਦਾਇਰੇ ਦੇ ਵਿੱਚ ਰਹਿੰਦਾ ਹੈ ਨਾ, ਸਾਡਾ ਦਾਇਰਾ ਵੇਖ ਲਿਓ, ਬਸ 5-7 ਸਾਲਾਂ ਬਾਅਦ, 10 ਸਾਲਾਂ ਬਾਅਦ, 15 ਸਾਲਾਂ ਬਾਅਦ ਸਾਡੇ ਕੋਲੋਂ ਇੱਕ ਦਾਇਰਾ ਹੀ ਨਹੀਂ ਲੰਘਿਆ ਜਾਂਦਾ, ਸਾਡੇ ਕੋਲੋਂ ਦਾਇਰਾ ਹੀ ਨਹੀਂ ਪਾਰ ਹੁੰਦਾ। ਬਸ ਉਸੇ ਦਾਇਰੇ 'ਚ ਜੰਮਦੇ ਹਾਂ, ਉਸੇ ਦਾਇਰੇ 'ਚ ਅਸੀਂ ਰੋਟੀ ਪਾਣੀ ਖਾਂਦੇ ਹਾਂ, ਅਤੇ ਉਸੇ ਦਾਇਰੇ ਦੇ ਵਿੱਚ ਖਤਮ ਹੋ ਜਾਂਦੇ ਹਾਂ। ਇਹ ਗੱਲਾਂ ਥੋੜ੍ਹੀਆਂ ਜਿਹੀਆਂ ਔਖੀਆਂ ਲੱਗਣਗੀਆਂ, ਪਰ ਸਾਡੇ ਕੋਲੋਂ ਸਾਡਾ ਦਾਇਰਾ ਹੀ ਨਹੀਂ ਟੁੱਟ ਪਾਉਂਦਾ। ਬਾਬਾ ਕਬੀਰ ਉਹਨਾਂ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਭਾਈ, ਤੇਰੀ ਗੱਲ ਹੈ ਵੀ ਹੁਣ ਤੂੰ ਕਿੱਦਾਂ ਵੇਖਣਾ। ਜੇ ਤੂੰ ਚਾਹੁੰਦਾ ਵੀ ਦਾਇਰਾ ਤੋੜਨਾ ਹੈ ਤੇ ਫਿਰ ਤੇਰੇ ਕੋਲ ਸੰਗਤ ਹੈ। ਸੰਗਤ ਤੋਂ ਬਿਨਾਂ ਤੇਰਾ ਦਾਇਰਾ ਨਹੀਂ ਟੁੱਟ ਸਕਦਾ, ਜਿੱਥੇ ਮਰਜ਼ੀ ਜ਼ੋਰ ਲਾ ਲੈ। ਜੇ ਤੂੰ ਸੋਚਦਾ ਵੀ ਕਿਰਤ ਕਰ ਕਰਕੇ ਤੇਰਾ ਦਾਇਰਾ ਟੁੱਟ ਜਾਵੇਗਾ, ਕੱਲੀ ਕਿਰਤ ਕਰਕੇ ਟੁੱਟ ਜਾਵੇਗਾ। ਕਿੰਨੇ ਜਾਨਵਰ ਨੇ ਕੱਲੀ ਕਿਰਤ ਹੀ ਤੇ ਕਰਦੇ ਨੇ, ਨਾਮ ਉਹਨਾਂ ਦੇ ਪੱਲੇ ਨਹੀਂ ਹੈ, ਵੰਡ ਛਕਣਾ ਵੀ ਉਹਨਾਂ ਦੇ ਪੱਲੇ ਨਹੀਂ ਹੈ। ਇਹ ਕੰਮ ਤੇ ਜਾਨਵਰ ਵੀ ਕਰੀ ਜਾਂਦੇ ਨੇ। ਮੈਂ ਕਹਾਂ ਜੀ ਬੰਦਾ ਕਿਰਤ ਕਰਨ ਦੁਨੀਆ ਦੇ ਉੱਤੇ ਆਇਆ, ਇਹ ਕੰਮ ਤੇ ਜਾਨਵਰ ਵੀ ਕਰੀ ਜਾਂਦੇ ਨੇ। ਬੰਦੇ ਨੇ ਕੀ ਵੱਧ ਕਰ ਲਿਆ? ਬੰਦਾ ਤਾਂ ਸਗੋਂ ਕਿਰਤ ਕਰਦਿਆਂ ਧੋਖੇ ਕਰ ਦਿੰਦਾ, ਜਾਨਵਰ ਕਿਹਦੇ ਨਾਲ ਧੋਖੇ ਕਰਦਾ ਪਿਆ? ਆਪਣੀ ਕਮਾ ਕੇ ਖਾ ਰਿਹਾ ਅਗਲਾ। ਕੀ ਬੰਦੇ ਨੇ ਵੱਧ ਖੱਟ ਲਿਆ ਜੇ ਬੰਦਾ ਕਵੇ ਮੈਂ ਕਿਰਤ ਕਰਦਾ ਹਾਂ? ਅਨਪੜ੍ਹ ਬੰਦੇ ਵੀ ਰੋਟੀ ਕਮਾਉਂਦੇ ਸੀ, ਪੜ੍ਹੇ ਲਿਖੇ ਵੀ ਰੋਟੀ ਕਮਾਉਂਦੇ ਨੇ। ਹੁਣ ਤਾਂ ਰੋਟੀ ਕਮਾਉਣੀ ਔਖੀ ਹੋ ਗਈ, ਇਸ ਕਰਕੇ ਪੜ੍ਹਨਾ ਪੈਂਦਾ ਹੈ। ਜੇ ਰੋਟੀ ਕਮਾਉਣੀ ਸੌਖੀ ਹੋਵੇ ਤਾਂ ਕੌਣ ਪੜ੍ਹੇ ਫਿਰ? ਕਿਉਂਕਿ ਅੱਜ ਕੱਲ੍ਹ ਟ੍ਰਿਕ ਚੱਲਦੇ ਪਏ ਨੇ ਨਾ, ਜਿਹੜਾ ਜਿੰਨਾ ਚਾਤਰ ਹੈ ਉਹਨਾਂ ਵੱਧ ਕਮਾ ਲਵੇਗਾ। ਕੱਲ੍ਹ ਨੂੰ ਇੱਦਾਂ ਦਾ ਸਿਸਟਮ ਹੋ ਜਾਵੇ ਵੀ ਮਿਹਨਤ ਕਰਕੇ ਰੋਟੀ ਜ਼ਿਆਦਾ ਮਿਲੇਗੀ, ਜਿਹੜਾ ਹੱਥ ਦੀ ਮਿਹਨਤ ਕਰੇਗਾ ਫਿਰ ਕੌਣ ਪੜ੍ਹਾਈ ਵੱਲ ਧਿਆਨ ਦੇਵੇਗਾ? ਅੱਜ ਤੋਂ 100 ਸਾਲ ਪਹਿਲਾਂ ਜੇ ਆਪਾਂ ਪਿੱਛੇ ਪੜ੍ਹ ਕੇ ਵੇਖੀਏ ਤਾਂ ਜ਼ਿਆਦਾ ਪੈਸੇ ਕਿਹਨਾਂ ਨੂੰ ਮਿਲਦੇ ਸੀ? ਜਿਹੜੇ ਹੱਥੀਂ ਕਮਾਈ ਕਰਦੇ ਹੁੰਦੇ ਸੀ। ਹੁਣ ਕਿਹਨਾਂ ਨੂੰ ਮਿਲਦੇ ਨੇ? ਜਿਹੜੇ ਦਿਮਾਗੀ ਕੰਮ ਕਰਦੇ ਨੇ। ਫਰਕ ਪੈ ਗਿਆ ਨਾ ਸੁਸਾਇਟੀ ਦਾ, ਵੀ ਕਿੱਦਾਂ ਪੈਸੇ ਜ਼ਿਆਦਾ ਬਣਦੇ ਨੇ। ਇਹ ਤੇ ਮੈਥਡ ਚੱਲਦਾ ਪਿਆ ਵੀ ਲੋਕਾਂ ਨੂੰ ਲੱਗੇ ਵੀ ਸ਼ਾਇਦ ਪੜ੍ਹ ਕੇ ਕੁਝ ਬਣਦਾ। ਕੋਈ ਪੜ੍ਹਨ ਦਾ ਮਤਲਬ ਨਹੀਂ ਹੈ, ਸਿਰਫ ਕਮਾਈਆਂ ਦਾ ਮਤਲਬ ਹੈ ਪੜ੍ਹਨ ਪਿੱਛੇ। ਪੜ੍ਹਾਈ ਇਸ ਕਰਕੇ ਨਹੀਂ ਅਸੀਂ ਕਰਦੇ ਪਏ ਵੀ ਬੰਦੇ ਬਣ ਜਾਈਏ, ਪੜ੍ਹਾਈ ਇਸ ਕਰਕੇ ਕਰਦੇ ਪਏ ਮਸ਼ੀਨਾਂ ਬਣ ਜਾਈਏ। ਕਿਹੜੀ ਮਸ਼ੀਨ ਕਿੰਨੇ ਜ਼ਿਆਦਾ ਪੈਸੇ ਦੇ ਸਕਦੀ ਹੈ, ਬਸ ਇੱਦਾਂ ਦੀ ਗੱਲ ਹੈ। ਜਿਹੜੇ ਸਿਰਫ ਕੀੜੇ ਬਣ ਗਏ, ਮਹਾਰਾਜ ਕਹਿੰਦੇ ਆਪਣਾ ਦਾਇਰਾ ਤੈਨੂੰ ਵੱਡਾ ਕਰਨਾ ਪਵੇਗਾ, ਤੇ ਉਹਦੇ ਲਈ ਇੱਕੋ ਹੀ ਤਰੀਕਾ ਹੈ, ਸੰਗਤ 'ਚ ਬੈਠ। ਤੇ ਸੰਗਤ ਦਾ ਮਤਲਬ ਫਿਰ ਇਹ ਨਹੀਂ ਵੀ ਬਸ ਉਹ 2-4 ਗੱਲਾਂ ਰੋਜ਼ ਉਹੀ ਕਰ ਲਈਆਂ ਤੇ ਕਰ ਲਿਆ ਤੇ ਗੱਲ ਖਤਮ ਹੋ ਗਈ। ਨਹੀਂ ਨਹੀਂ, ਸੰਗਤ ਦਾ ਦਾਇਰਾ ਥੋੜ੍ਹਾ ਜਿਹਾ ਨਾ ਫਿਰ ਬਰੋਡ ਹੈ ਇਸ ਪਾਸੇ ਤੋਂ, ਵੀ ਮੈਂ ਕੀ ਹਾਂ। ਪਹਿਲਾਂ ਤਾਂ ਇਹ ਚੀਜ਼ ਨੂੰ, ਜਦੋਂ ਤੱਕ ਬੰਦਾ ਇਹ ਹੀ ਨਹੀਂ ਸੋਚ ਪਾਉਂਦਾ ਵੀ ਭਾਈ ਸਾਰੀ ਜ਼ਿੰਦਗੀ ਇਹੋ ਕੁਝ ਹੀ ਕਰਦਿਆਂ ਖਤਮ ਹੋ ਜਾਣਾ, ਤੇ ਉਹ ਕੀ ਅਗਲੇ ਪਾਸੇ ਨੂੰ ਤੁਰੇਗਾ? ਕਦੀ ਅਸੀਂ ਇਹ ਸੋਚ ਹੀ ਨਹੀਂ ਪਾਉਂਦੇ ਵੀ ਮੈਂ ਇਸ ਦਾਇਰੇ ਤੋਂ ਨਿਕਲਣਾ ਵੀ ਹੈ। ਮਹਾਰਾਜ ਦਾ ਇੱਕ ਬੋਲ ਹੈ, ਆਪ ਜੀ ਦੇ ਅੱਗੇ ਰੱਖ ਦੇਵਾਂ। ਹਜ਼ੂਰ ਕਹਿੰਦੇ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧੂ ਸ਼ਰਨ ਗਹੋ ਪੂਰਨ, ਰਾਮ ਰਤਨ ਹੀਰੈ ਸੰਗ ਰਾਖ। ਨਿਕਸਰੇ ਪੰਖੀ ਸਿਮਰ ਹਰ ਪਾਂਖ। ਜਿੱਦਾਂ ਕੋਈ ਪੰਛੀ ਹੋਵੇ ਤੇ ਹੁਣ ਉਹਨੂੰ ਕਿਹਾ ਜਾਵੇ ਵੀ ਤੂੰ ਇੱਥੋਂ ਨਿਕਲ, ਇੱਕਦਮ ਨਿਕਲ, ਤੇ ਕਿੱਦਾਂ ਕਰੇਗਾ? ਫਿਰ ਇੱਕਦਮ ਖੰਭ ਛੰਡੇਗਾ ਤੇ ਬਾਹਰ ਨਿਕਲ ਜਾਵੇਗਾ। ਮਹਾਰਾਜ ਕਹਿੰਦੇ ਇੱਦਾਂ ਦਾਇਰਾ ਤੋੜਨਾ ਪੈਂਦਾ ਆਪਣਾ। ਆਪਣਾ ਦਾਇਰਾ ਤੋੜ ਕੇ ਵੇਖਿਓ। ਇਹ ਐਡੀ ਜਲਦੀ ਇੱਦਾਂ ਗੱਲ ਸਮਝ ਨਹੀਂ ਆਵੇਗੀ, ਪਰ ਕਿਤੇ ਆਪਣੇ ਨੇੜੇ ਦੇ ਛੋਟੀ ਉਮਰ ਤੋਂ ਲੈ ਕੇ ਵੱਡੇ ਬੰਦਿਆਂ ਤੱਕ ਸਾਰਿਆਂ ਦੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਇੱਕ ਵਾਰ ਵੇਖਿਓ ਵੀ ਕੌਣ ਬੰਦਾ ਕੀ ਕਰਦਾ ਪਿਆ, ਕੌਣ ਕੀ ਕਰਦਾ ਪਿਆ। ਮੈਂ ਵੀ ਉਹਦੇ ਵਿੱਚ ਇੱਕ ਹੀ ਹੋਵਾਂਗਾ, ਆਪਾਂ ਵੀ ਉਹਦੇ ਵਿੱਚ ਇੱਕ ਹੀ ਹੋਵਾਂਗੇ, ਪਰ ਵੇਖਿਓ ਸਾਨੂੰ ਲੱਗੇਗਾ ਵੀ ਬਹੁਤਾ ਫਰਕ ਨਹੀਂ ਹੋਵੇਗਾ, ਅਸੀਂ ਵੀ ਇਹੋ ਕੁਝ ਕਰਦੇ ਰਹਿਣਾ। ਜਿੱਥੇ ਅਸੀਂ ਪਹਿਲਾਂ ਸੀ ਉੱਥੇ ਅਸੀਂ ਕੁਝ ਕਰਦੇ ਸੀ, ਜਿੱਥੇ ਹੁਣ ਹਾਂ ਉੱਥੇ ਕੁਝ ਕਰਦੇ ਪਏ ਹਾਂ। ਜਿਹੜੇ ਸਾਡੀ ਉਮਰ ਤੋਂ ਵੱਡੇ ਬੰਦੇ ਨੇ ਉਹਨਾਂ ਦੇ ਵਾਂਗੂ ਅਸੀਂ ਕਰਨਾ ਹੈ, ਬਸ ਇਹੋ ਹੀ ਸਾਡਾ ਸੁਸਾਇਟੀ ਤੇ ਸੰਸਾਰ ਚੱਲਦਾ ਹੈ ਬਸ। ਮਹਾਰਾਜ ਕਹਿੰਦੇ ਨਹੀਂ, ਕਹਿ ਸੰਗਤ ਕਰ ਸਾਧਕੀ। ਉਹ ਰੱਬ ਦੇ ਪਿਆਰੇ ਦੇ ਲਾਗੇ ਬੈਠ ਕੇ ਤੇ ਤੈਨੂੰ ਜ਼ਿੰਦਗੀ ਦੀ ਅਗਲੀ ਗੱਲ ਦੱਸ ਦੇਵੇ।
ਨਹੀਂ ਤਾਂ ਜਿੰਨਾ ਚਿਰ ਸਰੀਰ ਆ ਤੂੰ ਕੰਮ ਬਣਿਆ ਰਹਿਣਾ, ਸਰੀਰ ਖਤਮ ਹੁੰਦਿਆਂ ਨਾਲੇ ਕੰਮ ਮਿੱਟੀ ਹੋ ਜਾਣਾ, ਨਾਲੇ ਤੂੰ ਮਿੱਟੀ ਹੋ ਜਾਣਾ। ਤੇਰੇ ਵਹਿੰਦਿਆਂ ਵਹਿੰਦਿਆਂ ਤੇਰੇ ਹੱਥੋਂ ਸਾਰਾ ਕੁਝ ਖੋਇਆ ਜਾਣਾ। ਕਿ ਨਹੀਂ ਖੋਇਆ ਜਾਂਦਾ? ਮਰਦ ਕਹਿੰਦੇ ਨੇ ਕੈ ਸੰਗਤ ਕਰ ਸਾਧ ਕੀ, ਸੰਗਤ ਦੇ ਵਿੱਚ ਬੈਠ। ਪਹਿਲੀ ਗੱਲ ਤੇ ਇਹ ਤੁਹਾਨੂੰ ਪਤਾ ਲੱਗੇ, ਸਾਨੂੰ ਪਤਾ ਲੱਗੇ ਵੀ ਆਤਮਿਕ ਚੀਜ਼ ਵੀ ਕੁਝ ਹੈ ਜ਼ਿੰਦਗੀ ਦੇ ਵਿੱਚ, ਕੋਈ ਸਪਿਰਚੁਅਲ ਲਾਈਫ ਵੀ ਹੈ ਇਸ ਦੁਨੀਆ ਦੇ ਵਿੱਚ, ਆਤਮਾ ਦਾ ਜੀਵਨ ਵੀ ਕੁਝ ਹੈ ਜਿਹੜੀ ਇਸ ਦਾਇਰੇ ਤੋਂ ਉੱਤੇ ਹੈ। ਔਰ ਇਸੇ ਕਰਕੇ ਵੇਖ ਲਓ, ਕਈ ਦੁਕਾਨ ਤੇ ਬੈਠੇ ਹੁੰਦੇ, ਬੜੀ ਸ਼ਾਂਤੀ ਦੇ ਨਾਲ ਬੈਠੇ ਹੁੰਦੇ, ਕਈ ਖਪੇ ਬੈਠੇ ਹੁੰਦੇ। ਇੱਦਾਂ ਹੀ ਹੈ ਧਾਰਮਿਕ ਸਥਾਨਾਂ ਤੇ ਕਈ ਚੰਗੇ ਭਲੇ ਬੈਠੇ ਨੇ, ਕਈ ਸੜੇ ਬੈਠੇ ਨੇ। ਧਾਰਮਿਕ ਸਥਾਨਾਂ ਤੋਂ ਬਾਹਰ ਦੀ ਗੱਲ, ਜਿੱਥੇ ਮਰਜ਼ੀ ਵੇਖ ਲਓ, ਦੋ ਤਰੀਕੇ ਦੇ ਬੰਦੇ ਤੁਹਾਨੂੰ ਕਿਉਂ ਲੱਭ ਜਾਂਦੇ ਨੇ। ਇੱਕ ਬਿਲਕੁਲ ਠੰਡੇ ਨੇ, ਇੱਕ ਬਿਲਕੁਲ ਹੀ ਤੱਤੇ ਨੇ। ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਕਈਆਂ ਨੂੰ ਇੰਨਾ ਸੇਕ ਲੱਗਦਾ ਪਿਆ ਨਿੱਕੀ ਨਿੱਕੀ ਗੱਲ ਤੋਂ, ਤੇ ਕਈ ਬਿਲਕੁਲ ਠੰਡੇ ਨੇ। ਕਈਆਂ ਦਾ ਹਾਲ ਹੀ ਇਦਾਂ ਦਾ ਨਹੀਂ। ਇਹ ਕਿਹਦੇ ਦਾ ਫਰਕ ਹੈ? ਕੰਮ ਦਾ ਫਰਕ ਹੈ। ਅਸਲ ਦੇ ਵਿੱਚ ਇਹ ਆਤਮਿਕ ਜੀਵਨ ਦਾ ਫਰਕ ਹੈ ਵੀ ਅੰਦਰੋਂ ਬੰਦੇ ਕਿਵੇਂ ਦੇ ਨੇ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਲਾਗੇ ਬੈਠ ਤੈਨੂੰ ਦੱਸਣ ਵੀ ਜ਼ਿੰਦਗੀ 'ਚ ਸ਼ਾਂਤੀ ਕੀ ਹੁੰਦੀ ਹੈ। ਕੰਮ ਤੋਂ ਉੱਤੇ ਵੀ ਕੋਈ ਜ਼ਿੰਦਗੀ ਹੈ, ਕੰਮ ਤੋਂ ਪਰੇ ਵੀ ਕੋਈ ਜ਼ਿੰਦਗੀ ਹੈ। ਅੱਜ ਕੱਲ੍ਹ ਕੰਮ ਦਾ ਮਤਲਬ ਕੁਝ ਹੋਰ ਹੈ। ਮਤਲਬ ਇਹ ਨਹੀਂ ਵੀ ਕੰਮ ਕਰੋ ਤੇ ਖਾ ਕੇ ਉਡਾ ਲਓ ਤੇ ਬਸ ਇਹੋ ਜ਼ਿੰਦਗੀ ਹੈ। ਇਹ ਸਾਰੀ ਕੰਮ ਹੀ ਹੈ। ਆਤਮਾ ਦਾ ਸਫ਼ਰ ਕੁਝ ਹੋਰ ਹੈ, ਆਤਮਾ ਦਾ ਰਸਤਾ ਕੁਝ ਹੋਰ ਹੈ। ਉਹਨਾਂ ਦੇ ਲਾਗੇ ਬੈਠਣਾ ਜਿਹੜੇ ਇਸ ਪਾਸੇ ਤੋਂ ਤਰੱਕੀ ਕਰਾਉਣ, ਜਿਹੜੇ ਇਸ ਪਾਸੇ ਦੀ ਗੱਲ ਦੱਸਣ ਵੀ ਆਤਮਿਕ ਜੀਵਨ ਦੇ ਬਾਰੇ ਗੱਲ ਦੱਸੋ। ਹਜ਼ੂਰ ਕਹਿੰਦੇ ਕੈ ਸੰਗਤ ਕਰ ਸਾਧ ਕੀ, ਕੈ ਹਰ ਕੇ ਗੁਣ ਗਾਏ, ਰਸਤੇ ਤੇਰੇ ਕੋਲ ਇਹੀ ਦੋ ਨੇ। ਪਰ ਨਾਲ ਹੀ ਬਾਬਾ ਕਬੀਰ ਦੇ ਕੋਲ ਜਿਹੜੇ ਬੈਠੇ ਹੋਏ ਸੀ ਨਾ, ਕਿਉਂਕਿ ਇਹ ਲੜੀ ਚੱਲਦੀ ਪਈ ਹੈ। ਬਾਬਾ ਕਬੀਰ ਕਹਿੰਦੇ ਵੀ ਇੱਕ ਗੱਲ ਸੋਚ ਕੇ ਵੇਖ ਲਓ, ਇਹ ਮੈਂ ਵੀ ਵਿੱਚ ਇਹਨੂੰ ਸੋਚ ਰਿਹਾ ਵੀ ਤੁਹਾਨੂੰ ਐਡਰੈਸ ਕਰਦਾ ਪਿਆ। ਕਹਿੰਦੇ ਇਸ ਗੱਲ ਨੂੰ ਵੇਖ ਲਓ ਵੀ ਤੁਸੀਂ ਸਾਰਾ ਦਿਨ ਕੰਮ 'ਚ ਕੰਮ ਹੋਏ ਰਹਿੰਦੇ ਜੇ, ਪਰ ਇਸ ਗੱਲ ਨੂੰ ਸੋਚਿਓ ਕੰਮ ਹੋਣ ਤੋਂ ਬਾਅਦ ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਸੀ ਨਾ, ਨੰਗੇ ਪੈਰੀਂ ਗਏ। ਇੱਕ ਗੱਲ ਕਲੀਅਰ ਹੋ ਗਈ। ਦੂਸਰੀ ਗੱਲ ਕਹਿੰਦੇ ਵੀ ਫਿਰ ਕਈਆਂ ਨੇ ਸਵਾਲ ਕਰਤਾ ਵੀ ਮਹਾਰਾਜ ਅਸੀਂ ਨਹੀਂ ਇੱਦਾਂ ਚਾਹੁੰਦੇ ਵੀ ਸਾਡੇ ਨਾਲ ਬਸ ਇਹੋ ਕੁਝ ਹੀ ਹੋਵੇ ਵੀ ਕੰਮ ਹੀ ਬਣ ਕੇ ਖਤਮ ਹੋ ਜਾਈਏ, ਤੇ ਕੀ ਕਰਨਾ ਚਾਹੀਦਾ? ਤੇ ਕਹਿੰਦੇ ਫਿਰ ਇਹੋ ਹੀ ਰਸਤਾ ਹੈ ਵੀ ਆਪਣਾ ਕੰਮ ਵੀ ਕਰੀ ਜਾਓ, ਕਿਰਤ ਵੀ ਕਰੀ ਜਾਓ, ਪਰ ਨਾਲ ਕੀ ਕਰੋ? ਕਹਿੰਦੇ ਨਾਲ ਸੰਗਤ ਵੀ ਕਰੋ, ਮਾਲਕ ਦੀਆਂ ਗੁਣਾਂ ਨੂੰ ਵੀ ਗਾਓ। ਤੇ ਫਿਰ ਸਾਡੇ ਵਰਗੇ ਵੀ ਵਿੱਚ ਬੈਠੇ ਹੁੰਦੇ ਨੇ ਵੀ ਮਹਾਰਾਜ ਇਹ ਤੇ ਪਤਾ ਵੀ ਗੁਣ ਗਾਉਣੇ ਨੇ, ਇਹ ਤੇ ਪਤਾ ਵੀ ਸੰਗਤ ਕਰਨੀ ਹੈ, ਇਹ ਤੇ ਪਤਾ ਵੀ ਚੰਗੇ ਰਸਤੇ ਦੇ ਉੱਤੇ ਚੱਲਣਾ ਚਾਹੀਦਾ, ਪਰ ਚੱਲਿਆ ਨਹੀਂ ਜਾਂਦਾ। ਇਹ ਵੀ ਬੜਿਆਂ ਦੀ ਦਿੱਕਤ ਹੈ। ਸਾਨੂੰ ਪਤਾ ਵੀ ਚੱਲਣਾ ਚਾਹੀਦਾ ਪਰ ਨਹੀਂ ਚੱਲਿਆ ਜਾਂਦਾ। ਇਹ ਵੀ ਸਟੇਜ ਹੈ। ਤੇ ਮਹਾਰਾਜ ਅੱਗੋਂ ਫਿਰ ਗੱਲ ਸ਼ੁਰੂ ਕਰਦੇ ਨੇ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਈ। ਸਾਰੀ ਜ਼ਿੰਦਗੀ ਮਹਾਰਾਜ ਕਹਿੰਦੇ ਵੀ ਕੰਮ ਕਰਦਿਆਂ ਕਰਦਿਆਂ ਕੰਮ 'ਚ ਕੰਮ ਹੋ ਕੇ ਤੇ ਦੁਨੀਆ ਮੁੱਕ ਜਾਂਦੀ ਹੈ। ਆਪ ਜੀ ਧਿਆਨ ਦੇ ਨਾਲ ਵੇਖਿਓ ਸੁਸਾਇਟੀ ਕਰਦੀ ਕੀ ਪਈ ਹੈ, ਅਸੀਂ ਕਰਦੇ ਕੀ ਪਏ ਇਸ ਦੁਨੀਆ ਦੇ ਵਿੱਚ ਆ ਕੇ। ਸਾਡਾ ਨਾਮ ਇਸ ਕਰਕੇ ਹੋਵੇਗਾ ਵੀ ਬੰਦਾ ਬੜੀ ਮਿਹਨਤ ਕਰਕੇ ਗਿਆ। ਤੇ ਮੈਂ ਤਾਂ ਅਕਸਰ ਕਹਿੰਦਾ ਨਾ ਵੀ ਗਾਂ ਸਾਡੇ ਆਉਣ ਵਾਲੇ ਬੱਚਿਆਂ ਨੇ ਪਤਾ ਕੀ ਕਹਿਣਾ, ਜਿੰਨਾ ਤੁਸੀਂ 6 ਸਾਲਾਂ 'ਚ ਨਹੀਂ ਕਮਾਇਆ, ਮੈਂ 6 ਮਹੀਨੇ ਤਨਖਾਹ 'ਚ ਉਹਨਾਂ ਇਕੱਠਾ ਕਰਕੇ ਰੱਖ ਦਿੱਤਾ। ਫਿਰ ਕੀ ਕਵਾਂਗੇ ਵੀ ਸਾਡੀ ਮਿਹਨਤ ਵੇਖ। ਮਿਹਨਤ ਕੌਣ ਵੇਖੇਗਾ? ਕੋਈ ਨਹੀਂ ਮਿਹਨਤਾਂ ਵੇਖਦਾ। ਸਾਰੇ ਉਹੀ ਵੇਖਦੇ ਨੇ ਵੀ ਬਣਾਇਆ ਕੀ ਇਹਨੇ, ਮਿਹਨਤਾਂ ਥੋੜ੍ਹਾ ਵੇਖਦਾ ਕੋਈ। ਹਜ਼ੂਰ ਕਹਿੰਦੇ ਨੇ ਮਰਤਾ ਮਰਤਾ ਜਗ ਮੂਆ, ਦੁਨੀਆ ਕੰਮ ਕਰਦਿਆਂ ਕਰਦਿਆਂ ਫਿਰਦਿਆਂ ਤੁਰਦਿਆਂ ਇਹੋ ਹੀ ਕੁਝ ਬਸ ਇੱਕ ਦੂਜੇ ਦਾ ਭਾਰ ਢੋਂਦਿਆਂ ਢੋਂਦਿਆਂ ਖਤਮ ਹੋ ਚੁੱਕੀ ਹੈ। ਪਰ ਕਹਿੰਦੇ ਨੇ ਵੇਖੋ ਜਿਹੜੀ ਮੈਂ ਗੱਲ ਪਿੱਛੇ ਕਰਦਾ ਪਿਆ ਹਾਂ ਵੀ ਸੰਗਤ ਕਰ ਸਾਧ ਦੀ, ਤੇ ਕਹਿੰਦੇ ਐਦਾਂ ਨਹੀਂ ਕੋਈ ਮਰਨਾ ਚਾਹੁੰਦਾ, ਸੰਗਤ ਦੇ ਵਿੱਚ ਨਹੀਂ ਕੋਈ ਆਉਣਾ ਚਾਹੁੰਦਾ। ਔਰ ਵੇਖੋ ਤੁਸੀਂ ਵੀ ਤਾਂ ਇੱਥੇ ਬੈਠਦੇ ਹੀ ਜੇ, ਮਹਾਰਾਜ ਬਖਸ਼ਿਸ਼ ਕਰ ਲਵੇ, ਨਾ ਤੁਹਾਨੂੰ ਮੈਂ ਬਿਠਾਉਣ ਵਾਲਾ ਤੇ ਨਾ ਤੁਹਾਨੂੰ ਕੋਈ ਹੋਰ ਬਿਠਾਉਣ ਵਾਲਾ, ਤੁਸੀਂ ਗੁਰੂ ਦੀ ਬਖਸ਼ਿਸ਼ ਦੇ ਨਾਲ ਆ ਗਏ ਜੇ ਤੇ ਆ ਕੇ ਬੈਠ ਜਾਂਦੇ ਜੇ। ਪਰ ਵੇਖੋ ਨਾ ਕਿੰਨਾ ਔਖਾ ਹੈ। ਮੈਂ ਅਕਸਰ ਕਹਿੰਦਾ ਹੁੰਦਾ ਇਹ ਸੌਖਾ ਨਹੀਂ ਹੈ। ਜੇ ਤੁਸੀਂ ਬੈਠ ਜਾਂਦੇ ਜੇ ਨਾ ਤਾਂ ਸ਼ੁਕਰ ਕਰਨਾ ਚਾਹੀਦਾ ਮਾਲਕ ਦਾ, ਕਿਤੇ ਬੈਠਣਾ ਸੌਖਾ ਹੀ ਪਿਆ ਹੈ। ਗੁਰਦੁਆਰੇ ਵਿੱਚ ਵੀ ਉਹ ਵੀ ਬੈਠਣਾ ਪਤਾ ਕਿੱਦਾਂ ਹੁੰਦਾ ਹੈ। ਚਲੋ ਇੱਥੇ ਤਾਂ TV ਚੱਲਦੇ ਨੇ, ਮੈਂ ਕਹਿੰਦਾ ਵੀ ਤੁਹਾਨੂੰ ਅੱਖਰ ਪੜ੍ਹ ਲੈਂਦੇ ਜੇ ਤਾਂ ਕਰਕੇ ਤੁਹਾਡਾ ਥੋੜ੍ਹਾ ਜਿਹਾ ਟਾਈਮ ਲੱਗਾ ਰਹਿੰਦਾ। ਕਿਤੇ TV ਬੰਦ ਹੋ ਜਾਵੇ, ਅੱਧੀਆਂ ਚੀਜ਼ਾਂ ਬੰਦ ਹੋ ਜਾਣ, ਤੁਹਾਡਾ ਅੱਧਿਆਂ ਦਾ ਜੀਅ ਨਹੀਂ ਲੱਗੇਗਾ TV ਦੇ ਵਿੱਚ ਵੀ ਹੈ ਹੀ ਨਹੀਂ ਕੁਝ, ਗੁਰਦੁਆਰੇ ਕੀ ਕਰਨਾ। ਇਹ ਵੀ ਬੜੀ ਵੱਡੀ ਇੱਕ ਪ੍ਰੋਬਲਮ ਹੈ ਸਾਡੀ। ਮੈਂ ਤੁਹਾਨੂੰ ਕਹਾਂ ਕਿ ਤੁਸੀਂ ਘੰਟਾ ਬੈਠੋ, ਨਾ ਕਥਾ ਹੋ ਰਹੀ ਹੋਵੇ ਨਾ ਕੀਰਤਨ ਹੋ ਰਿਹਾ ਹੋਵੇ, ਕੁਝ ਨਹੀਂ ਹੋ ਰਿਹਾ, ਬਸ ਬੈਠੇ ਰਹੋ, ਫਿਰ ਬੈਠ ਕੇ ਵਿਖਾਇਓ। ਬੰਦਾ ਬੈਠਾ ਹੀ ਕਦੀ ਉੱਧਰ ਨੂੰ ਕਦੀ ਉੱਧਰ ਨੂੰ ਕਦੀ ਉੱਧਰ ਨੂੰ। ਕਿਉਂ ਨਹੀਂ ਹੁੰਦਾ ਇੱਦਾਂ? ਸਾਰਿਆਂ ਦੇ ਨਾਲ ਹੁੰਦਾ। ਇਹ ਤਾਂ ਸੰਗਤ ਦੇ ਪ੍ਰੈਕਟੀਕਲ ਨੇ, ਤੁਸੀਂ ਵੀ ਰੋਜ਼ ਆਉਂਦੇ ਜੇ, ਵੇਖ ਲੈਣਾ ਕਰਕੇ। ਮਰਦ ਕਹਿੰਦੇ ਨੇ ਐਦਾਂ ਨਹੀਂ ਮਰਦ ਨੂੰ ਜੀਅ ਕਰਦਾ ਵੀ ਹਾਏ, ਜੇ ਮਹਾਰਾਜ ਕਹਿ ਰਹੇ ਨੇ ਨਾ ਵੀ ਸੰਗਤ ਕਰੀਏ, ਜੀਅ ਨਹੀਂ ਕਰਦਾ ਕਰਨ ਨੂੰ, ਇੰਝ ਲੱਗਦਾ ਵੀ ਕਿਤੇ ਖਤਮ ਹੀ ਨਾ ਹੋ ਜਾਈਏ। ਦਾਤਾਰ ਕਹਿੰਦੇ ਨੇ ਅਸਲ ਦੇ ਵਿੱਚ ਇੱਦਾਂ ਦਾ ਮਰਨ ਨੂੰ ਸਾਡਾ ਜੀਅ ਵੀ ਨਹੀਂ ਕਰਦਾ। ਇਹਨੂੰ ਮਹਾਰਾਜ ਮਰਨਾ ਹੀ ਕਹਿੰਦੇ ਨੇ। ਆਦਤਾਂ ਛੱਡਣੀਆਂ ਦਾ ਮਤਲਬ ਹੈ ਮਰਨਾ।
ਵੀ ਤੂੰ ਆਦਤ ਤੋਂ ਮਜਬੂਰ ਹੈ, ਛੱਡਦਾ ਨਹੀਂ ਉਹਨੂੰ, ਪਰ ਛੁੱਟੇ ਕਿਉਂ? ਜੇ ਆਦਤ ਛੁੱਟਦੀ ਹੈ ਤੇ ਸਾਨੂੰ ਲੱਗਦਾ ਵੀ ਜੇ ਇਹ ਆਦਤ ਛੱਡ ਦਿੱਤੀ ਤੇ ਮੈਂ ਖਤਮ ਹੋ ਜਾਵਾਂਗਾ। ਆਦਤਾਂ ਵੇਖ ਲਓ ਸਾਡੀਆਂ ਨਹੀਂ ਛੁੱਟਦੀਆਂ। ਮਹਾਰਾਜ ਉਹਨੂੰ ਕਹਿੰਦੇ ਨੇ ਵੀ ਆਦਤਾਂ ਛੱਡਣ ਦਾ ਮਤਲਬ ਹੈ ਮਰਨਾ। ਆਪਣੇ ਆਪ ਨੂੰ ਕੰਟਰੋਲ 'ਚ ਲੈ ਕੇ ਆਉਣ ਦਾ ਮਤਲਬ ਹੈ ਆਪਣੇ ਆਪ ਨੂੰ ਮਾਰਨਾ, ਮਨ ਨੂੰ ਮਾਰਨਾ। ਕਹਿੰਦੇ ਨਾ ਵੀ ਮਨ ਨੂੰ ਮਾਰ ਕੇ ਮੈਂ ਆਹ ਕੰਮ ਕੀਤਾ। ਮਹਾਰਾਜ ਕਹਿੰਦੇ ਦੁਨੀਆ ਖਤਮ ਹੋ ਜਾਂਦੀ ਹੈ ਕੰਮ ਕਰ ਕਰਕੇ, ਪਰ ਸਾਧੂ ਸੰਗਤ ਦੇ ਵਿੱਚ ਇੱਥੇ ਆ ਕੇ ਨਹੀਂ ਖਤਮ ਹੋਣਾ ਚਾਹੁੰਦੇ, ਇਸ ਰਸਤੇ ਨਹੀਂ ਤੇ ਨਹੀਂ ਤੁਰਨਾ ਚਾਹੁੰਦੇ। ਪਰ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਪਰ ਕਹਿੰਦੇ ਨੇ ਭਾਈ ਅਸਲ ਦੇ ਵਿੱਚ ਗੱਲ ਇਹ ਹੈ, ਐਸੇ ਮਰਨੇ ਕਿੱਦਾਂ ਦੀ ਮਰਨ ਦੀ ਗੱਲ ਹੈ? ਜਿਹੜੀ ਉੱਤੇ ਗੱਲ ਕੀਤੀ ਹੈ ਕਹਿ ਸੰਗਤ ਕਰ ਸਾਧਕੀ। ਜੇ ਕਿਤੇ ਬੰਦੇ ਨੂੰ ਸੰਗਤ ਦੇ ਵਿੱਚ ਬੈਠ ਕੇ ਸਾਧੂ ਦੀ ਗੱਲ ਸੁਣਨੀ ਆ ਗਈ, ਉਹਦੀ ਗੱਲ ਦਾ ਅਸਰ ਜ਼ਿੰਦਗੀ ਦੇ ਵਿੱਚ ਹੋ ਗਿਆ, ਮਹਾਰਾਜ ਕਹਿੰਦੇ ਸਮਝ ਲਓ ਉਹਦਾ ਮਰਨਾ ਖਤਮ ਹੋ ਜਾਵੇਗਾ ਜ਼ਿੰਦਗੀ ਦੇ ਵਿੱਚ, ਵਾਰ-ਵਾਰ ਨਹੀਂ ਮਰੇਗਾ। ਇਹ ਬੜਾ ਫਰਕ ਹੁੰਦਾ ਹੈ। ਆਠ ਜਿਹੜਾ ਭਾਈ ਗੁਰਦਾਸ ਸਾਹਿਬ ਕਹਿੰਦੇ ਨਾ ਕਿ 8 ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। ਅਸਲ ਦੇ ਵਿੱਚ ਬੜੀ ਛੋਟੀ ਜੀ ਗੱਲ ਹੁੰਦੀ ਹੈ, ਪਰ ਕਹਿੰਦੇ ਉਹ ਛੋਟੀ ਜੀ ਗੱਲ ਹੀ ਤੁਹਾਡੇ ਪਤਾ ਨਹੀਂ ਕਿਹੜੇ ਵੇਲੇ ਕੰਮ ਆ ਜਾਵੇ। ਇੱਕ ਗੱਲ ਕਹਿ ਕੇ ਤੇ ਅਗਲੇ ਸ਼ਲੋਕ ਦੀ ਗੱਲ ਕਰਾਂਗਾ, ਉਹ ਨਾਲ ਹੀ ਹੈ। ਸਾਨੂੰ ਪਤਾ ਕਿ ਇਦਾਂ ਬੈਠਿਆਂ ਲੱਗੇਗਾ ਵੀ ਰੋਜ਼ ਹੀ ਕਥਾ ਸੁਣਨ ਆ ਜਾਂਦੇ ਆ ਤੇ ਸਾਡੇ ਅੰਦਰ ਕੁਝ ਬਣਦਾ ਵੀ ਹੋਵੇਗਾ। ਸਾਨੂੰ ਕਦੀ ਕਦੀ ਨਾ ਸਵਾਲ ਸਾਡੇ ਅੰਦਰ ਪੈਦਾ ਹੋਵੇਗਾ ਵੀ ਰੋਜ਼ ਕਥਾ ਸੁਣਦੇ ਆ, ਜੇ ਸਾਨੂੰ ਕੋਈ ਬਾਹਰੋਂ ਸਵਾਲ ਪੁੱਛ ਲਵੇ ਵੀ ਕੀ ਬਣਦਾ, ਤੇ ਮੇਰੇ ਖਿਆਲ ਦੇ ਨਾਲ ਸਾਡੇ ਕੋਲ ਜਵਾਬ ਹੋਵੇਗਾ ਨਹੀਂ ਵੀ ਸਾਡਾ ਕੀ ਬਣਦਾ। ਕੀ ਅਸੀਂ ਦੱਸ ਦੇਵਾਂਗੇ ਵੀ ਆਹ ਬਣਿਆ ਜੀ ਮੇਰਾ? ਕੀ ਸਰਟੀਫਿਕੇਟ ਹੈ? ਸਾਡੇ ਕੋਲ ਕੋਈ ਵੀ ਨਹੀਂ ਹੈ। ਪਰ ਕਿਤੇ ਵੇਖਿਓ ਮਹਾਰਾਜ ਬਖਸ਼ਿਸ਼ ਕਰਤਵੇ ਇਸ ਪਾਸੇ ਤੋਂ, ਕਿਤੇ ਅੱਜ ਦੀ ਕਥਾ ਸੁਣੀ ਆ ਨਾ, 5 ਸਾਲਾਂ ਬਾਅਦ ਤੁਹਾਡੇ ਕੰਮ ਆ ਜਾਵੇਗੀ। ਕਿਤੇ 5 ਸਾਲਾਂ ਬਾਅਦ 1 ਸੈਕਿੰਡ ਦੀ ਗੱਲ ਚੇਤੇ ਆ ਜਾਵੇਗੀ। ਉਹਨੂੰ ਫਿਰ ਪਤਾ ਲੱਗਦਾ ਵੀ ਜਿਹੜਾ ਮੈਂ 5 ਸਾਲ ਬਹਿ ਕੇ ਕਮਾਇਆ ਸੀ ਨਾ, ਉਹ ਅੱਜ ਮੇਰੇ ਸਾਹਮਣੇ ਆ ਗਿਆ। ਇਹਨੂੰ ਮਹਾਰਾਜ ਕਹਿੰਦੇ ਨੇ। ਹੈ ਤਾਂ ਛੋਟੀ ਜੀ ਗੱਲ ਹੁੰਦੀ ਹੈ, ਵੇਖਣ ਨੂੰ ਲੱਗੇਗਾ ਵੀ ਕੁਝ ਵੀ ਨਹੀਂ ਬਣਦਾ, ਪਰ ਇੱਕ ਨਾ ਇੱਕ ਦਿਨ ਵੇਖਿਓ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਬਣੀ ਜਾਂਦਾ ਔਰ ਨਾਲ ਨਾਲ ਬਣਦਾ ਹੈ। ਦਾਤਾਰ ਕਹਿੰਦੇ ਜਿਹੜਾ ਸੰਗਤ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਉਹ ਦੁਨਿਆਵੀ ਲੋਕਾਂ ਦੇ ਵਾਂਗੂ ਕੰਮ ਦੇ ਵਿੱਚ ਨਹੀਂ ਮਰਦਾ। ਇਹ ਨਹੀਂ ਵੀ ਕੰਮ ਕਰਦਾ ਨਹੀਂ ਹੈ, ਪਰ ਉਹ ਕੰਮ ਹੀ ਨਹੀਂ ਬਣਿਆ, ਉਹਨੇ ਕੰਮ ਤੋਂ ਉੱਤੇ ਵੀ ਜ਼ਿੰਦਗੀ ਸੋਚ ਲਈ ਹੈ। ਇਹਦੇ ਨਾਲ ਹੀ ਜਿਹੜਾ ਇਹ ਸ਼ਬਦ ਹੈ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਇੱਕ ਹੋਰ ਸ਼ਲੋਕ ਅਸੀਂ ਕਹਿ ਕੇ ਤੇ ਸਮਾਪਤੀ ਕਰਾਂਗੇ। ਬਾਬਾ ਕਬੀਰ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੈ ਬਾਰ। ਇਹ ਤੇ ਬੜੀ ਵਾਰ ਅਸੀਂ ਸ਼ਲੋਕ ਪੜ੍ਹਿਆ ਵੀ ਹੈ। ਬੜੀਆਂ ਚੀਜ਼ਾਂ ਵਾਰ-ਵਾਰ ਹੋ ਸਕਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ। ਅੱਜ ਗਰੀਬ ਆ, ਕੱਲ ਨੂੰ ਹੋ ਸਕਦਾ ਅਮੀਰ ਹੋ ਜਾਈਏ। ਅੱਜ ਨਹੀਂ ਹੈ ਕੁਝ, ਹੋ ਸਕਦਾ ਕੱਲ ਨੂੰ ਕੁਝ ਹੋ ਜਾਵੇ। ਦੁਬਾਰਾ ਹੋ ਸਕਦਾ ਸਾਰਾ ਕੁਝ। ਲੋਕ ਕੰਗਾਲ ਹੁੰਦੇ ਨੇ, ਤਗੜੇ ਹੋ ਜਾਂਦੇ ਨੇ, ਤਗੜੇ ਹੁੰਦੇ ਨੇ, ਕੰਗਾਲ ਹੋ ਜਾਂਦੇ ਨੇ। ਸਾਰਾ ਕੁਝ ਚੱਲਦਾ ਰਹਿੰਦਾ, ਅਪ ਡਾਊਨ ਚੱਲਦੇ ਰਹਿੰਦੇ ਜ਼ਿੰਦਗੀ ਦੇ ਵਿੱਚ। ਪਰ ਕਿਉਂ? ਜਿੱਦਾਂ ਕਹਿੰਦੇ ਨਾ ਵੀ ਜਾਨ ਹੈ ਤੇ ਜਹਾਨ ਹੈ। ਸਰੀਰ ਹੈ ਤੇ ਫਿਰ ਸਾਰਾ ਕੁਝ ਹੀ ਹੈ, ਜੇ ਸਰੀਰ ਹੀ ਨਾ ਹੋਵੇ ਤੇ ਫਿਰ ਕੀ ਹੈ? ਮਰਦ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ। ਜੋ ਆ ਮਿਲ ਗਿਆ ਹੈ ਨਾ, ਇਹਦੀ ਬਰਾਬਰੀ ਦੇ ਉੱਤੇ ਹੋਰ ਕੋਈ ਚੀਜ਼ ਵੀ ਨਹੀਂ। ਦੁਰਲੱਭ ਦਾ ਮਤਲਬ ਕੀ ਹੈ? ਵੀ ਸੌਖਾ ਨਹੀਂ ਲੱਭਦਾ। ਹੋਏ ਨਾ ਬਾਰ ਬਾਰ, ਫਿਰ ਇਦਾਂ ਦੀ ਗੱਲ ਹੈ ਵੀ ਵਾਰ-ਵਾਰ ਹੋਣਾ ਵੀ ਨਹੀਂ। ਇਹ ਨਹੀਂ ਵੀ ਬਸ ਰੋਜ਼ ਦੀ ਖੇਡ ਹੈ ਕਿਤੇ। ਹਜ਼ੂਰ ਕਹਿੰਦੇ ਨਾਨਕ ਸਿੱਜ ਇਵੇਹਾ ਵਾਰ ਬੌੜ ਨਾ ਹੋਵੀ ਜਨਮੜਾ। ਹੋਏ ਨਾ ਬਾਰ ਬਾਰ, ਵਾਰ-ਵਾਰ ਹੁੰਦਾ ਵੀ ਨਹੀਂ। ਜਿਉਂ ਬਨ ਫਲ ਪਾਕੇ ਭੋਏ ਗਿਰੇ। ਇਹਦੇ ਕਿਤੇ ਵੇਖੋਗੇ ਨਾ ਦਰਖਤ ਦੇ ਲਾਗੇ, ਤੇ ਜਿਹੜੇ ਵਣ ਦੇ ਵਿੱਚ, ਜੰਗਲ ਦੇ ਵਿੱਚ ਦਰਖਤ ਨੂੰ ਫਲ ਲੱਗੇ ਹੁੰਦੇ ਨੇ, ਤੇ ਜਦੋਂ ਪੱਕ ਜਾਂਦੇ ਨੇ ਨਾ, ਤੇ ਕੋਈ ਨਾ ਤੋੜੇ ਤੇ ਆਪੇ ਡਿੱਗ ਪੈਂਦੇ ਨੇ। ਕੱਚੇ ਤਾਂ ਜੁੜੇ ਰਹਿੰਦੇ ਨੇ, ਜਿਹੜੇ ਪੱਕੇ ਹੋਈ ਜਾਂਦੇ ਨੇ ਆਪਣੇ ਆਪ ਹੀ ਡਿੱਗੀ ਜਾਂਦੇ ਨੇ। ਇਹ ਕੁਦਰਤ ਦਾ ਸੁਭਾਅ ਹੈ, ਕਿਉਂਕਿ ਉਹਨੇ ਖਾਲੀ ਕਰਨੀ ਹੈ ਜਗ੍ਹਾ, ਨਵਿਆਂ ਨੇ ਆਉਣਾ ਹੈ ਉੱਥੇ। ਜਿੱਦਾਂ ਬਣ ਦੇ ਵਿੱਚ ਜਿਹੜੇ ਫਲ ਲੱਗੇ ਹੁੰਦੇ ਨੇ ਨਾ, ਜਿਹੜੇ ਪੱਕੇ ਫਲ ਹੁੰਦੇ ਨੇ, ਜ਼ਮੀਨ ਤੇ ਡਿੱਗ ਪੈਂਦੇ ਨੇ, ਭੂਮੀ ਤੇ ਗਿਰ ਜਾਂਦੇ ਨੇ। ਭੋਏ ਗਿਰੇ ਬਹੁਰ ਨਾ ਲਾਗੇ ਡਾਰ। ਤੇ ਹੁਣ ਕੋਈ ਕੋਸ਼ਿਸ਼ ਕਰੇ ਵੀ ਇਹ ਡਿੱਗ ਪਿਆ ਤੇ ਉਹਨੂੰ ਮੈਂ ਦੁਬਾਰਾ ਜ਼ਮੀਨ ਤੋਂ ਚੁੱਕਾਂ ਤੇ ਵਾਪਸ ਦਰਖਤ ਦੇ ਨਾਲ ਜੋੜ ਦੇਵਾਂ, ਕੌਣ ਜੋੜ ਸਕਦਾ? ਤੇ ਜਿੱਦਾਂ ਬਸ ਉਹ ਡਿੱਗਾ ਹੋਇਆ ਫਲ ਦੁਬਾਰਾ ਨਹੀਂ ਨਾ ਜੁੜਦਾ, ਆਹ ਸਰੀਰ ਵੀ ਦੁਬਾਰਾ ਨਹੀਂ ਜੁੜਦਾ ਕਦੀ। ਜਿੰਨਾ ਚਿਰ ਹੈ ਉਹਨਾਂ ਚਿਰ ਇਹਨੂੰ ਸੰਭਾਲ ਲਓ। ਜਦੋਂ ਸਾਥੋਂ ਨਿਕਲ ਗਿਆ ਫਿਰ ਅਸੀਂ ਵੀ ਕੁਝ ਨਹੀਂ ਕਰ ਸਕਦੇ। ਅਸੀਂ ਕੀ, ਜਿਹੜੇ ਬਾਕੀ ਜਿਉਂਦੇ ਨੇ ਉਹ ਵੀ ਨਹੀਂ ਕੁਝ ਕਰ ਸਕਦੇ। ਸਾਡੇ ਲਈ ਕੀ ਕਰ ਸਕਦੇ ਨੇ ਉਹ? ਮਹਾਰਾਜ ਇਸ ਕਰਕੇ ਇਹਨਾਂ ਸ਼ਲੋਕਾਂ ਦੇ ਵਿੱਚ ਇਹ ਗੱਲ ਕਰਦੇ ਨੇ, ਭਾਈ ਇਹਨੂੰ ਸਮਝ ਕੇ ਚੱਲੋ, ਸਰੀਰ ਹੈ ਤੇ ਇਹਨੂੰ ਬੰਦਗੀ ਵਾਲੇ ਪਾਸੇ ਵੀ ਲਾਓ। ਸਰੀਰ ਹੈ ਇਹਨੂੰ ਸੇਵਾ ਵਾਲੇ ਪਾਸੇ ਵੀ ਲਾਓ। ਸਰੀਰ ਹੈ ਇਹਨੂੰ ਮਾਲਕ ਵਾਲੇ ਪਾਸੇ ਵੀ ਲਾਓ। ਨਹੀਂ ਤਾਂ ਸਰੀਰ ਇੱਕ ਨਾ ਇੱਕ ਦਿਨ ਤੇ ਹੱਥੋਂ ਨਿਕਲ ਹੀ ਜਾਣਾ ਹੈ। ਤੇ ਬਾਅਦ ਦੇ ਵਿੱਚ ਕੀ ਅਸੀਂ ਸਾਬਤ ਕਰਾਂਗੇ ਵੀ ਸਾਰੀ ਜ਼ਿੰਦਗੀ ਕੰਮ ਦੇ ਵਿੱਚ ਕੰਮ ਹੋਏ ਰਹੇ ਤੇ ਅਸੀਂ ਆਹ ਖੱਟ ਕੇ ਆਏ ਜ਼ਿੰਦਗੀ ਦੇ ਵਿੱਚੋਂ। ਇਹ ਨਾ ਵੀ ਹੁੰਦੇ ਤੇ ਫਿਰ ਵੀ ਸਾਡੀ ਜ਼ਿੰਦਗੀ ਨਿਕਲ ਜਾਣੀ ਸੀ।
ਇਸ ਕਰਕੇ ਮਹਾਰਾਜ ਬਖਸ਼ਿਸ਼ ਕਰੇ। ਸਿਰਫ ਇੱਕ ਪਾਸੇ ਦੀ ਗੱਲ ਅੱਜ ਅਸੀਂ ਵਿਚਾਰੀ ਹੈ ਵੀ ਕੰਮ ਕਰਨਾ ਹੈ ਪਰ ਕੰਮ ਹੀ ਨਾ ਬਣ ਜਾਈਏ। ਉਹ ਮੈਂ ਲਫ਼ਜ਼ ਵਰਤਦਾ ਪਿਆ ਹਾਂ ਵੀ ਇੱਦਾਂ ਨਾ ਹੋ ਜਾਵੇ ਵੀ ਬਸ ਅਸੀਂ ਉਸੇ ਚੀਜ਼ ਦੇ ਆਲੇ ਦੁਆਲੇ ਵੱਜ ਕੇ ਜ਼ਿੰਦਗੀ ਜੀ ਕੇ ਤੇ ਜ਼ਿੰਦਗੀ ਖਤਮ ਕਰ ਦਈਏ ਤੇ ਸਾਨੂੰ ਲੱਗੇ ਸਾਡੀ ਬਾਉਂਡਰੀ ਨਹੀਂ ਸਾਡੇ ਕੋਲੋਂ ਟੁੱਟੀ ਜਿੱਥੋਂ ਅਸੀਂ ਅੱਗੇ ਨਿਕਲਣਾ ਸੀ। ਆਗਿਆ ਚੱਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ। ਇਹ ਸਾਡੇ ਕੰਮ ਕੁੰਮ ਨਹੀਂ ਜੇ ਉੱਥੇ ਕੰਮ ਆਉਣੇ। ਮੈਂ ਆਪ ਜੀ ਦੇ ਅੱਗੇ ਵੀ ਰੱਖ ਦੇਵਾਂ, ਕੰਮ ਜ਼ਰੂਰੀ ਨੇ ਪਰ ਜੀਵਕਾ ਲਈ ਜ਼ਰੂਰੀ ਨੇ। ਇਸ ਕਰਕੇ ਮਹਾਰਾਜ ਬਖਸ਼ ਲਵੇ। ਕਿਰਤ ਕਰਨੀ ਹੈ ਪਰ ਇਹ ਉਹਨਾਂ ਦੇ ਲਈ ਉਪਦੇਸ਼ ਹੈ ਜਿਹੜੇ ਕਿਰਤ ਕਰ ਕਰਕੇ ਤੇ ਬਸ ਕਿਰਤ ਦੇ ਵਿੱਚ ਡਿੱਗੇ ਪਏ ਨੇ ਵੀ ਸਾਡੇ ਕੋਲੋਂ ਕਿਸੇ ਹੋਰ ਚੀਜ਼ ਦਾ ਟਾਈਮ ਹੈ ਹੀ ਨਹੀਂ, ਹੋਰ ਕੁਝ ਕਰਨਾ ਹੀ ਨਹੀਂ ਚਾਹੀਦਾ। ਜਿਹੜੇ ਕਹਿੰਦੇ ਨੇ ਬਸ ਖਾਓ ਪੀਓ ਤੇ ਐਸ਼ ਕਰੋ, ਉਹਨਾਂ ਦੇ ਲਈ ਇਹ ਸਲੋਕ ਹੈ ਵੀ ਕੀੜੇ ਬਣ ਜਾਓਗੇ ਜ਼ਿੰਦਗੀ ਦੇ ਵਿੱਚ ਤੇ ਉਸੇ ਦੇ ਦੁਆਲੇ ਘੁੰਮਦੇ ਰਹੋਗੇ ਤੇ ਕੀ ਖੱਟ ਕੇ ਜਾਓਗੇ ਜ਼ਿੰਦਗੀ ਦੇ ਵਿੱਚ। ਇਸ ਕਰਕੇ ਮਹਾਰਾਜ ਜੀ ਨੇ ਬੜੇ ਬੜੇ ਕਰੜੇ ਲਫ਼ਜ਼, ਮਾਫ ਕਰਨਾ, ਉਹਨਾਂ ਦੇ ਲਈ ਵਰਤੇ ਨੇ। ਕਿਰਤ ਕਰਨੀ ਹੈ, ਇਹਦਾ ਮਤਲਬ ਇਹ ਨਹੀਂ ਵੀ ਕਿਰਤ ਨਹੀਂ ਕਰਨੀ, ਕਿਰਤ ਕਰਨੀ ਹੈ। ਪਰ ਜੇ ਸਿਰਫ ਉੱਥੇ ਹੀ ਘੁੰਮਦੇ ਰਹੇ ਤੇ ਉੱਤੇ ਕੁਝ ਸਿੱਖਿਆ ਹੀ ਨਹੀਂ, ਕੁਝ ਆਤਮਿਕ ਜੀਵਨ ਦੇ ਬਾਰੇ ਸਮਝ ਨਹੀਂ, ਜ਼ਿੰਦਗੀ 'ਚ ਕਿਉਂ ਆਏ ਆ, ਕਾਹਦੇ ਲਈ ਆਏ ਆ, ਕੀ ਕਰਦੇ ਪਏ ਆ, ਇੰਨਾ ਹੀ ਨਹੀਂ ਪਤਾ ਤੇ ਬਸ ਫਿਰ ਉਹਨੂੰ ਸਮਝ ਲਓ ਵੀ ਉਹਦੀ ਹਾਲ ਉਹ ਜਿਹੜਾ ਕੋਹਲੀ ਦੇ ਦੁਆਲੇ ਬੈਲ ਵੱਜਾ ਹੁੰਦਾ ਉਹਦੇ ਵਰਗੀ ਹਾਲਤ ਹੈ ਸਾਡੀ। ਮਹਾਰਾਜ ਬਖਸ਼ ਲਵੇ, ਸਤਿਗੁਰੂ ਕਿਰਪਾ ਕਰਨ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਇੱਦਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ